एक कोई ਉਹਦੀ ਨੀਡ पूरी करनी है, ਉਹਦੀ कोई डाइट दी आ, कोई मैडिकल दी आ, कोई इक्विपमेंट दी आ, ये ਅਸੀਂ ਉਹਦੀ ਵੈਲਫੇਅਰ ਸੁਸਾਇਟੀ ਵੱਲੋਂ ਕਰਾਂਗੇ। ਫਿਰ ਸਪੋਰਟਸ ਉੱਪਰ ਸ਼ੁਰੂਤਾ ਹੈ। ਕਈ ਜਗ੍ਹਾ ਤੇ ਇਕਵਿਪਮੈਂਟ ਆ, ਗਰਾਊਂਡ ਆ, ਟੈਲੈਂਟ ਬਹੁਤ ਆ, ਉੱਥੇ ਕੋਚ ਨਹੀਂ ਹੈਗਾ ਕੋਈ, ਉਹ ਵਿਚਾਰੇ ਬੱਚੇ ਉਦਾਂ ਹੀ ਧੱਕੇ ਖਾ ਰਹੇ ਆ। ਕਈ ਜਗ੍ਹਾ ਤੇ ਕੁਛ ਨਹੀਂ ਗਾ, ਨਾ ਟੈਲੈਂਟ ਆ, ਨਾ ਗਰਾਊਂਡ ਆ, ਨਾ ਇਕਵਿਪਮੈਂਟ ਆ, ਉੱਥੇ 5-5 ਕੋਚ ਬੈਠੇ ਆ ਆਪਣੀ ਅਪਰੋਚ ਲੜਾ ਕੇ, 5-5 ਬੰਦੇ ਬੈਠੇ ਆ ਇੱਕ ਗੇਮ ਦੇ, ਤੇ ਉਹ ਕਹਿੰਦੇ ਬੜਾ ਨਜ਼ਾਰਾ ਜਾਈਦਾ ਤੇ ਆਈ ਜਾਈਦਾ। ਨਜ਼ਾਰਾ ਮੇਰੇ ਵੀਰ ਹਰ ਇੱਕ ਦਾ ਆਪਣਾ ਆਪਣਾ ਸੋਚ ਹੁੰਦੀ ਆ ਨਜ਼ਾਰਾ ਲੈਣ ਦੀ। ਸਾਡੇ ਮੇਰਾ ਕਲੀਗ ਆ ਵਾਲੀਬਾਲ ਕੋਚ, ਉਹ ਵੀ ਪਹਿਲੇ 10 ਸਾਲ ਉਹਨੇ ਬੜਾ ਨਜ਼ਾਰਾ ਲਿਆ, ਹੁਣ 5 ਸਾਲ ਤੋਂ ਬਹੁਤ ਕੰਮ ਕਰ ਰਿਹਾ। ਮਹੀਨੇ ਡੇਢ ਦੀ ਗੱਲ ਆ, ਉਹਨੂੰ ਕਿਸੇ ਨੇ ਕਹਿ ਤਾ ਵੀ ਯਾਰ ਅੱਗੇ ਬੜੇ ਨਜ਼ਾਰੇ ਲੈਣਾ, ਹੁਣ ਤੇ ਬੜਾ ਕੰਮ ਕਰਨਾ ਪੈਂਦਾ ਵੀ ਡਾਕਟਰ ਰਾਜਪਾਲ ਨੇ ਖਿੱਚਤਾ। ਪਰ ਉਹਦਾ ਜਵਾਬ ਬੜਾ ਵਧੀਆ ਹੈ, ਕਹਿੰਦਾ ਨਹੀਂ ਯਾਰ, ਅੱਗੇ ਮੈਂ ਨਰਕ ਹਟਾ ਰਿਹਾ ਸੀਗਾ, ਹੁਣ ਮੈਂ ਨਜ਼ਾਰਾ ਲੈ ਰਿਹਾ। ਅੱਗੇ ਮੈਂ ਕਦੀ ਨਹੀਂ ਸੋਚਿਆ ਵੀ ਜਿਹੜੀ ਮੈਂ ਤਨਖਾਹ ਲਿਆਉਣਾ ਮੇਰੇ ਬੱਚਿਆਂ ਦੇ ਵਰਤੀ ਜਾਂਦੀ ਆ। ਹੁਣ ਜਦੋਂ ਮੈਂ ਬੈਂਕ 'ਚ ਤਨਖਾਹ ਕਢਾਉਣਾ, ਮੇਰੇ ਇੱਕ ਦਿਨ ਸੋਚ 'ਚ ਆਇਆ ਸੀ ਵੀ ਤੂੰ ਕਾਹਦੀ ਲੈ ਰਿਹਾ। ਸਾਨੂੰ ਵੀ ਸਾਰਿਆਂ ਨੂੰ ਸੋਚਣਾ ਪੈਂਦਾ ਹੈ ਘਰ ਜਾ ਕੇ। ਤਨਖਾਹਾਂ ਬਹੁਤ ਹੈ, ਪ੍ਰੋਫੈਸਰ ਬੈਠੇ ਮੇਰੇ ਖਿਆਲ ਲੱਖ ਰੁਪਏ ਤੋਂ ਉੱਪਰ ਵੀ, ਕਿਸੇ ਦੀ 1,06,000 ਵੀ ਆ, ਕਿਸੇ ਦੀ 70,000 ਵੀ ਆ, 35-40 ਤੋਂ ਕੋਈ ਨਹੀਂ ਘੱਟ। ਮੇਰੇ ਭਰਾਓ ਅਸੀਂ ਬੱਚੇ ਪਾਲ ਰਹੇ ਆ, ਆਪਣਾ ਇੱਕੋ ਹੀ ਮਕਸਦ ਬਣਦਾ, ਹੋਰ ਤਾਂ ਸਾਡਾ ਕਿਤੇ ਰਿਸ਼ਵਤ ਨੂੰ ਹੱਥ ਨਹੀਂ ਪੈਂਦਾ। ਅਸੀਂ ਜੇ ਕਰਪਸ਼ਨ ਕਰ ਸਕਦੇ ਹਾਂ, ਟਾਈਮ ਕਰਪਸ਼ਨ ਕਰ ਸਕਦੇ ਹਾਂ, ਸਾਨੂੰ ਇਹ ਨਹੀਂ ਚਾਹੀਦੀ। ਅਸੀਂ ਸਾਰੇ ਜਾਣੇ ਆਪਣੀ ਆਪਣੀ ਜਗ੍ਹਾ ਤੇ ਮਿਹਨਤ ਕਰਾਂਗੇ ਤੇ ਫਿਰ ਆਪਣਾ ਆਉਣਾ ਹੈ। ਅਸੀਂ ਇਹ ਮਿਹਨਤ ਕਰਨੀ, ਮਿਹਨਤ ਕਰਕੇ ਹੀ ਇਹ ਜਿਹੜੀ ਸਪੋਰਟਸ ਵੈਲਫੇਅਰ, ਜੇ ਸੁਸਾਇਟੀਆਂ ਬਣਾ ਕੇ ਸਪੋਰਟਸ ਉੱਚੀ ਆ ਜੇ ਮੁਸ਼ਕਲ ਆ। ਸੁਸਾਇਟੀਆਂ ਬਣਾ ਕੇ ਨਹੀਂ ਆਉਣੀ, ਸੁਸਾਇਟੀ ਬਣਾ ਕੇ ਕੰਮ ਕਰਾਂਗੇ, ਇਹ ਜਿਹੜੇ ਮੁੱਦੇ ਆ ਇਹਨਾਂ ਤੇ ਵਿਚਾਰ ਕਰਾਂਗੇ, ਫਿਰ ਆਉਣੀ ਆ। ਸਕੂਲ ਜੇ ਫਿਰ ਪਹਿਲਾਂ ਆਪਾਂ ਗੱਲ ਕਰਕੇ ਹਟੇ ਆ ਭਈ ਜਿਹੜੇ ਸਾਡੇ ਗੋਲਡ ਮੈਡਲ ਆਉਣਗੇ ਸਕੂਲ ਨੈਸ਼ਨਲ ਦੇ ਵਿੱਚ ਜਾਂ ਸੀਨੀਅਰ ਨੈਸ਼ਨਲ ਦੇ ਵਿੱਚ, ਉਹਨਾਂ ਦਾ ਆਉਂਦਿਆਂ ਦਾ ਅਸੀਂ ਸਨਮਾਨ ਕਰਾਂਗੇ। ਜੋ ਵੀ ਉਹ 1 ਸਾਲ ਦਾ ਫੰਕਸ਼ਨ ਰਵਾਂਗੇ, ਉਹਨਾਂ ਦੀ ਸਨਮਾਨ ਦੇ ਵਿੱਚ ਚਾਹੇ ਅਸੀਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਈਏ, ਚਾਹੇ ਮੋਮੈਂਟੋ ਦਈਏ, ਚਾਹੇ ਟਰੈਕ ਸੂਟ ਦਈਏ, ਚਾਹੇ ਸਿਰਫ ਉਹਨਾਂ ਨੂੰ ਫੋਕੀ ਸ਼ਾਬਾਸ਼ ਦਈਏ, ਆਪਣੇ ਬਜਟ ਦੇ ਹਿਸਾਬ ਨਾਲ ਕਰਾਂਗੇ। ਪਰ ਜਿਹੜੀਆਂ ਵੀ ਅਸੀਂ ਬਾਅਦ ਦੇ ਦੁਪਹਿਰ ਸੈਸ਼ਨ ਹੋਣਾ, ਉਹ 'ਚ ਗੇਮਾਂ ਚੁਣਨੀਆਂ, ਜਿਹੜੀਆਂ ਗੇਮਾਂ ਅਸੀਂ ਸਿਲੈਕਟ ਕਰਾਂਗੇ, ਉਹਨਾਂ ਨੂੰ ਪੰਜਾਬ ਦੇ ਆਉਣ ਤੋਂ ਪਹਿਲਾਂ ਉਹਨਾਂ ਦਾ ਆਓ ਭਗਤ ਜਿਹੜੀ ਹੈ ਬੜੇ ਚੰਗੇ ਤਰੀਕੇ ਨਾਲ ਕਰਾਂਗੇ। ਅਗਲੇ ਨੂੰ ਮਾਣ ਹੋਵੇ ਕਿ ਅਸੀਂ ਜਿੱਤ ਕੇ ਆਏ ਹਾਂ, ਫਿਰ ਅਸੀਂ ਸਪੋਰਟਸ ਨੂੰ ਉੱਪਰ ਚੁੱਕ ਸਕਦੇ ਹਾਂ। ਦੂਜੀ ਗੱਲ ਮੇਨ ਜਿਹੜੀ ਲਾਸਟ ਵੀ ਆ ਜਾਂਦੀ ਆ, ਸਾਡੇ ਜਿਹੜੇ ਕੋਚ ਸਾਹਿਬਾਨ ਨੇ, ਚਾਹੇ ਸਾਡੇ ਖੇਡ ਟੀਚਰ ਆ, ਉਹਨਾਂ ਦੀਆਂ ਬਹੁਤ ਪ੍ਰੋਬਲਮਾਂ ਜ਼ਿਆਦੀਆਂ। ਹੁਣ ਜੇ ਆਪ ਹੀ ਨਹੀਂ ਬੰਦਾ ਸੈਟਿਸਫਾਈ ਤਾਂ ਦੂਜੇ ਦੀ ਵੈਲਫੇਅਰ ਕੀ ਕਰੂਗਾ। ਫਾਰ ਐਗਜ਼ਾਮਪਲ ਕਈਆਂ ਦੀ ਡਿਊਟੀ ਲੱਗ ਜਾਂਦੀ, ਉਹ ਕੋਚ 'ਚ ਬੜਾ ਟੈਲੈਂਟ ਹੁੰਦਾ, ਉਹਨੂੰ ਕੈਂਪ ਮਿਲ ਜਾਂਦੇ ਆ, ਉਹਦੇ ਪ੍ਰਿੰਸੀਪਲ ਸਾਹਿਬ ਨਹੀਂ ਛੱਡਦੇ, ਕਈਆਂ ਦੇ ਡਾਇਰੈਕਟਰ ਸਪੋਰਟਸ ਹੀ ਨਹੀਂ ਛੱਡਦੇ, ਜਾਂ ਕਈਆਂ ਦੀ ਬਦਲੀ ਇਸ ਜਗ੍ਹਾ ਹੁੰਦੀ ਹੈ ਜਿੱਥੇ ਕੰਮ ਕਰਨ ਨੂੰ ਦਿਲ ਕਰਦਾ, ਉੱਥੇ ਨਾ ਟੈਲੈਂਟ ਆ ਨਾ ਗਰਾਊਂਡ ਆ, ਵਿਚਾਰਾ ਉੱਦਾਂ ਹੀ ਬੈਠਾ ਸਫਰ 'ਚ ਹੀ ਕਰ ਜਾਂਦਾ ਪੂਰਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹਨਾਂ ਦੀ ਅਸੀਂ ਕਰਾਂਗੇ। ਸਭ ਤੋਂ ਡਾਊਨਫਾਲ ਜਿਹੜਾ ਸਪੋਰਟਸ ਦਾ ਇੱਕ ਹੋਰ ਵੀ ਕਾਰਨ ਹੈ, ਜਿਹੜੇ ਮੇਰੇ ਭਰਾਵਾਂ ਨੇ ਵਿੱਚ ਆਣ ਕੇ ਸਰਦਾਰ ਅਮਰਜੀਤ ਸਿੰਘ ਨੂੰ, ਸਰਜੀਤ ਸਿੰਘ ਨੂੰ ਆਏ ਆ, ਸੰਘਾ ਸਾਹਿਬ ਬੈਠੇ, ਇਹਨਾਂ ਨੇ ਦੱਸਿਆ ਗ੍ਰੇਡੇਸ਼ਨ ਦਾ ਮੇਨ। ਜਿਹੜੀ ਗ੍ਰੇਡੇਸ਼ਨ ਸਾਡੀ ਪਾਲਿਸੀ ਆ, ਫੁੱਟਬਾਲ ਦੇ ਵਿੱਚ ਐਰਕਾ 184 ਟੀਮਾਂ ਨੇ ਪਾਰਟਿਸਿਪੇਟ ਕੀਤਾ ਹੈ ਆਲ ਇੰਡੀਆ ਦੇ ਵਿੱਚ, ਵੱਖ-ਵੱਖ ਟੀਮਾਂ ਦੇ ਵਿੱਚ। ਜਿਹੜੀਆਂ ਪਹਿਲੀਆਂ 3 ਟੀਮਾਂ ਆ ਗਈਆਂ, ਉਹਨਾਂ ਦੀ ਤਾਂ ਗ੍ਰੇਡੇਸ਼ਨ ਹੋ ਜੂਗੀ। ਜਿਹੜੀ 80 ਟੀਮਾਂ ਨੂੰ ਹਰਾ ਕੇ ਚੌਥੇ ਨੰਬਰ ਤੇ ਆ ਗਈ, ਉਹਦੀ ਗ੍ਰੇਡੇਸ਼ਨ ਨਹੀਂ ਹੋਣੀ। ਚਾਹੇ ਉਹ ਪਹਿਲੀ ਟੀਮ 20 ਗੋਲਾਂ ਤੇ ਹਾਰ ਗਈ ਆ, 10 ਤੇ ਹਾਰ ਗਈ ਆ, ਉਹਦਾ ਵੀ ਸੇਮ ਆ, ਤੇ ਜਿਹੜੀ ਆਲ ਇੰਡੀਆ ਐਂਡ ਤੇ ਗਈ ਆ, ਉਹਦਾ ਵੀ ਸੇਮ ਆ। ਗ੍ਰੇਡੇਸ਼ਨ ਪਾਲਿਸੀ ਜਿਹੜੀ ਆ, ਇਹ ਚੇਂਜ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਪਾਰਟਿਸਿਪੇਸ਼ਨ ਦੀ ਹੁਣ ਗ੍ਰੇਡੇਸ਼ਨ ਨਹੀਂ ਹੁੰਦੀ। ਮੈਡਲ ਵਾਲੇ ਜੇ ਘੱਟੋ ਘੱਟ 10 ਟੀਮਾਂ ਹੋਣਗੀਆਂ ਤਾਂ ਫਿਰ ਗ੍ਰੇਡੇਸ਼ਨ ਹੋਣੀ ਆ। ਜੇ ਬੱਚੇ ਨੂੰ ਗ੍ਰੇਡੇਸ਼ਨ ਹੀ ਨਹੀਂ ਹੋਣੀ ਤਾਂ ਉਹ ਕਹਿੰਦਾ ਮੈਨੂੰ ਸੈਟ ਸਪੋਰਟਸ ਕਰਨ ਦਾ ਕੀ ਫਾਇਦਾ ਵਾ। ਜੇ 10 ਟੀਮਾਂ ਪੂਰੀਆਂ ਵੀ ਹੋ ਗਈਆਂ, ਸਾਡੇ ਵਾਟਰ ਸਪੋਰਟਸ 'ਚ ਸਾਈਕਲਿੰਗ 'ਚ ਕਈ ਇਵੈਂਟ ਹੈਗੇ ਆ, 10 ਟੀਮਾਂ ਵੀ ਪੂਰੀਆਂ ਹੈ, ਪਰ ਜਿਹੜੇ ਇਵੈਂਟ 'ਚ ਉਹਨੇ ਮੈਡਲ ਲਿਆ ਉਹਦੇ ਵਿੱਚ 10 ਪਲੇਅਰ ਨੇ, ਉਹਦੀ ਗ੍ਰੇਡੇਸ਼ਨ ਨਹੀਂ ਹੋਣੀ। ਕਈਆਂ ਸਟੇਟਾਂ 'ਚ ਪਾਰਟਿਸਿਪੇਟ ਪਹਿਲਾਂ ਆਪਣੇ ਪਾਰਟਿਸਿਪੇਸ਼ਨ ਦੀ ਹੁੰਦੀ ਸੀ, ਹੁਣ ਨਹੀਂ ਹੋ ਰਹੀ। ਇਹ ਚੀਜ਼ਾਂ ਜਿਹੜੀਆਂ ਵਾ ਗ੍ਰੇਡੇਸ਼ਨ ਪਾਲਿਸੀ ਹੈ ਜਿਹੜੀ ਬੜੀ ਮੇਜਰ ਆ, ਸਾਨੂੰ ਇਹ 'ਤੇ ਸੋਚ ਕਰਨ ਦੀ ਲੋੜ ਆ। ਇਹ ਇਕੱਲਾ ਬੰਦਾ ਕੋਈ ਨਹੀਂ ਕਰਾ ਸਕਦਾ ਸੌਰੀ, ਕਿਉਂਕਿ ਸਪੋਰਟਸ ਡਿਪਾਰਟਮੈਂਟ ਨੇ ਬਹੁਤਾ ਜਿਹੜਾ ਵਾ ਆਪਣਾ ਕੰਮ ਘਟਾਉਣ ਲਈ ਕਈ ਥੱਲਿਓਂ ਨਹੀਂ ਕੇਸ ਭੇਜਦੇ। ਔਰ ਇਹ ਕਿਤੇ ਕੋਈ ਰੂਲ ਨਹੀਂ ਗਾ ਕੋਈ ਸਪੋਰਟਿੰਗ ਸਰਟੀਫਿਕੇਟ। ਗ੍ਰੇਡੇਸ਼ਨ ਦਾ ਮਤਲਬ ਕਿ ਇਹਦਾ ਸਰਟੀਫਿਕੇਟ ਜੈਨੂਅਨ ਆ, ਜਾਂ ਇਹ ਕਿਸ ਲੈਵਲ ਦਾ ਖੇਡ ਹੈ, ABCD ਉਹਦਾ ਗ੍ਰੇਡ ਕਰਨਾ। ਸਾਡੀ ਟੀਮ ਗੋਲਡ ਮੈਡਲ ਆਈ, ਸਾਡਾ ਬਟਾਲੇ ਦਾ ਮੁੰਡਾ ਇਹ ਸਰਵਨ, ਉਹ ਨਾ ਕਦੀ ਜ਼ਿਲ੍ਹਾ ਖੇਡਿਆ, ਨਾ ਸਟੇਟ ਖੇਡਿਆ, ਨਾ ਜ਼ੋਨ ਖੇਡਿਆ, ਉਹ ਸਿੱਧਾ ਡਾਇਰੈਕਟ ਇੰਟਰਸਟ ਹੀ ਗਿਆ। ਆਊਟਸਟੈਂਡਿੰਗ ਪਲੇਅਰ ਸੀ, ਸਾਰੀਆਂ ਕਲੱਬਾਂ ਨੇ ਉਤਰ ਲੈਣਾ, ਕਈਆਂ ਪਲੇਅਰਾਂ ਦੀ ਨੇਚਰ ਹੀ ਇਦਾਂ ਦੀ ਹੁੰਦੀ ਹੈ, ਉਹ ਬਟਾਲੇ ਨਹੀਂ ਨਿਕਲਦਾ।
रेल कोच फैक्ट्री वाले ने तरले ले, हर एक ने ले, वो कहना मैं नौकरी नहीं करनी, मैं पढ़ना ही। इंटरवर्सिटी साढ़े नाल चले गया, इक्को ही सर्टिफिकेट गोल्ड मैडल ਉਹਦਾ आया ਜਦੋਂ ਉਹਦਾ ਗ੍ਰੇਡੇਸ਼ਨ ਥੱਲੇ ਕੇਸੀ ਨੂੰ ਭੇਜਣ ਕਹਿੰਦੇ ਇਹ ਸਪੋਰਟਿੰਗ ਸਰਟੀਫਿਕੇਟ ਨਹੀਂ। ਉਹ ਬੱਚੇ ਪਲੇਇੰਗ ਸਾਈਡ ਸਭ ਤੋਂ ਜ਼ਿਆਦਾ ਸਕੋਰ ਉਹਦੇ ਆ, ਉਹਦੀ ਗ੍ਰੇਡੇਸ਼ਨ ਅਸੀਂ ਕਰਾਈ ਸੀ। ਡਾਇਰੈਕਟਰ ਸਾਡੇ ਰਾਜਕੁਮਾਰ ਨੇ ਉਦੋਂ ਪ੍ਰਗਟ ਸਿੰਘ ਜੀ ਵੀ ਗ੍ਰੇਡ ਸਪੋਰਟਿੰਗ ਸਰਟੀਫਿਕੇਟ ਕਾਹਦੇ ਲਈ, ਕੀ ਇਹ ਖੇਲਿਆ ਹੈ? ਅਸੀਂ ਕਹਿ ਰਹੇ ਖੇਡਿਆ, ਅਖਬਾਰਾਂ ਕਹਿ ਰਹੀਆਂ ਖੇਡ ਰਿਹਾ, ਉਹਦੀਆਂ ਸਪੋਰਟ ਸੀਟਾਂ ਕਹਿ ਰਹੀਆਂ ਖੇਡਿਆ, ਕਿਉਂ ਨਹੀਂ ਗ੍ਰੇਡੇਸ਼ਨ? ਉਹਦੀ ਹੋਈ ਆ ਗ੍ਰੇਡੇਸ਼ਨ, ਪਰ ਹੋਈ ਆ ਲੜ ਕੇ ਕਰਕੇ ਕਹਿੰਦੇ ਸਾਡੇ ਤੁਸੀਂ ਰੂਲ ਭੰਗ ਕਰ ਰਹੇ। ਰੂਲ ਕਾਹਦੇ ਲਈ ਬਣਿਆ? ਕਈ ਵਾਰੀ ਚੰਗੇ ਕੰਮ ਲਈ ਜੇ ਲਾਭ ਸਾਨੂੰ ਬ੍ਰੇਕ ਵੀ ਕਰਨਾ ਪੈਂਦਾ, ਕੋਈ ਵੱਡੀ ਗੱਲ ਨਹੀਂ ਹੁੰਦੀ। ਉਹ ਇਸੇ ਕਰਕੇ ਬਣੇ ਆ। ਸਪੋਰਟਿੰਗ ਸਰਟੀਫਿਕੇਟ ਕਿਉਂ ਮੰਗਦੇ ਆ? ਕਿਉਂਕਿ ਕੀ ਇਹ ਪਲੇਅਰ ਜੈਨੂਅਨ ਖੇਡਿਆ, ਔਰ ਜਿਨ੍ਹਾਂ ਨੇ ਨਹੀਂ ਨਾ ਖੇਡੇ ਉਹਨਾਂ ਨੇ ਹੁਣ ਤੋਂ ਜ਼ੋਨ ਦੇ ਵੀ ਬਣੇ, ਉਹਨਾਂ ਕੋਲ ਸਟੇਟ ਦੇ ਵੀ ਬਣੇ, ਨੈਸ਼ਨਲ ਪਾਰਟੀਸਪੇਸ਼ਨ ਦੇ ਬਣੇ, ਨੈਸ਼ਨਲ ਗੋਲਡ ਮੈਡਲ ਦੇ ਬਣੇ ਆ। ਉਹਨਾਂ ਦੀ ਗ੍ਰੇਡੇਸ਼ਨ ਹੋ ਰਹੀ ਆ। ਜਿਹੜੀ ਉਹ ਕਹਿੰਦੇ ਨੇ 40 ਬੰਦੇ ਰੋਕ ਰਹੇ, ਉਹਨਾਂ ਦੀ ਹੋ ਰਹੀ ਆ। ਜੈਨੂਅਨ ਬੰਦੇ ਜਿਨ੍ਹਾਂ ਦੇ ਆਪਣੇ ਪ੍ਰੈਕਟਿਸ ਦੇ ਵਿੱਚ ਮਸਤੇ, ਆਪਣੀ ਮਿਹਨਤ ਦੇ ਵਿੱਚ ਮਸਤੇ, ਉਹਨਾਂ ਕਦੇ ਸਰਟੀਫਿਕੇਟ ਵੱਲ ਧਿਆਨ ਨਹੀਂ ਦਿੱਤਾ। ਇਹ ਜਿਹੜੀ ਸਾਡੀ ਪਾਲਿਸੀ ਆ, ਗ੍ਰੇਡੇਸ਼ਨ ਦੀ ਪਾਲਿਸੀ ਆ ਜਿਹੜੀ, ਇਹ ਸਾਰੀ ਉਧਰ ਆ। ਨਸ਼ਾ ਤੇ ਆਪਾਂ ਗੱਲ ਕਰ ਲੈਂਦੇ ਆ। ਜੇ ਬੁਰੀ ਸੰਗਤ ਲਈ ਮੋਟੀਵੇਟ ਕਰਕੇ ਸਾਡੇ ਜਿਹੜੇ ਸਮਾਜ ਵਿਰੋਧੀ ਅੰਸਰ ਆ, ਉਹ ਉਹਨਾਂ ਨੂੰ ਆਪਣੇ ਵੱਲ ਖਿੱਚ ਰਹੇ ਆ। ਅਸੀਂ ਕਹਿੰਦੇ ਨਾ ਬੱਚਾ ਮਾੜੀ ਸੰਗਤ 'ਚ ਪੈ ਗਿਆ, 10ਵੀਂ 'ਚ ਆ ਗਈ, 8ਵੀਂ 9ਵੀਂ 'ਚ ਆ ਗਈ ਆ ਸਮੈਕ, ਜੇ ਉਹ ਉਹਨਾਂ ਨੂੰ ਖਿੱਚ ਸਕਦੇ ਆ ਕਿ ਇਹ ਸਾਰੇ ਜਾਣੇ ਚੰਗੀ ਸੰਗਤ ਲਈ ਨਹੀਂ ਉਹਨਾਂ ਨੂੰ ਖਿੱਚ ਸਕਦੇ, ਕਿ ਉਹਨਾਂ ਨੂੰ ਇਹ ਮੋਟੀਵੇਟ ਇੱਧਰ ਨਹੀਂ ਲਾ ਸਕਦੇ। ਮੋਟੀਵੇਸ਼ਨ ਫੇਰ ਮਿਲਣੀ ਹੈ ਕਿ ਉਹਨਾਂ ਨੂੰ ਕੋਈ ਸਾਡੇ ਸਾਰੇ ਭਰਾ ਸੋਚਣਗੇ, ਸਾਰੇ ਉਹ ਸਰਟੀਫਿਕੇਟਾਂ ਦਾ ਸੋਚਣਗੇ, ਗ੍ਰੇਡੇਸ਼ਨ ਦਾ ਸੋਚਣਗੇ, ਉਹਨਾਂ ਦੀ ਜਿਹੜੀ ਵੀ ਆ ਆਪਣੇ ਖੇਡ ਪਾਲਿਸੀਆਂ ਬਣਾਉਣੀਆਂ ਉਹਦੀਆਂ ਸੋਚਣਗੇ। ਇਹ ਸਾਰਾ ਕੁਝ ਫੇਰ ਹੋਣਾ ਵਾ ਜੇ ਇੱਕ ਸੰਸਥਾ ਬਣੇ। ਇਕੱਲੇ ਕਾਰੇ ਦਾ ਕੋਈ ਇੱਥੇ ਨਹੀਂਗਾ। ਸੰਸਥਾ ਸਪੋਰਟਸ ਵੈਲਫੇਅਰ ਸੋਸਾਇਟੀ ਪੰਜਾਬ ਦਾ ਨਾਂ ਇਸ ਕਰਕੇ ਦਿੱਤਾ ਵੀ ਇਹਨਾਂ ਨੂੰ ਵੈਲਫੇਅਰ ਕਿਹਨੂੰ ਕਰਨਾ ਹੈ? ਸਪੋਰਟਸਮੈਨ ਕਿਹੜੇ ਆ? ਇਹ ਨਹੀਂ ਜਿਹਨੂੰ ਮਰਜ਼ੀ ਕਰਦਾ, ਉਹ ਜਿਹੜੇ ਜ਼ਿਲ੍ਹੇ ਦੇ ਥਰੂ ਹੋਣਗੇ ਜਾਂ ਪੰਜਾਬ ਬੋਰਡ ਦੇ ਥਰੂ ਹੋਣਗੇ, ਉਹਨਾਂ ਨੂੰ ਜੋ ਵੀ ਕੀਤਾ ਜਾਏਗਾ ਉਹ ਬਾਅਦ ਦੁਪਹਿਰ ਦੀਆਂ ਗੱਲਾਂ ਨੇ, ਜਿਹੜੀ ਸਾਰੀ ਇੱਥੇ ਡਿਸਕਸ਼ਨ ਹੋਣੀ ਆ। ਮਾਕਾ ਟਰਾਫੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਆ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ ਨਹੀਂ ਹੋਣਾ ਚਾਹੀਦਾ ਵੀ ਗੁਰੂ ਨਾਨਕ ਨੇ ਜਿੱਤ ਲਿਆ, ਪੰਜਾਬ ਨੇ ਜਿੱਤ ਲਿਆ, ਪੰਜਾਬੀ ਨੇ ਜਿੱਤ ਲਿਆ। ਅਸੀਂ ਉਧਰ ਖੁਸ਼ ਹੋਵਾਂਗੇ ਵੀ ਉਹਦੇ ਵਿੱਚ ਸਾਰੇ ਪਲੇਅਰ ਪੰਜਾਬ ਦੇ ਆ। ਜਿੱਦਣ ਪੰਜਾਬ ਦੇ ਪਲੇਅਰ ਸਕੂਲ ਨੈਸ਼ਨਲ ਮਾਕਾ ਟਰਾਫੀ ਜਿੱਤਣ ਦਾ, ਉਦੋਂ ਸੀਨੀਅਰ ਨੈਸ਼ਨਲ ਜਿਹੜਾ ਅਸੀਂ ਕਹਿੰਦੇ 12ਵੇਂ 13ਵੇਂ ਨੰਬਰ ਤੇ ਚਲ ਗਏ, ਅਸੀਂ ਉੱਤੇ ਨਹੀਂ ਜਾਵਾਂਗੇ, ਅਸੀਂ ਫਿਰ ਪਹਿਲੇ ਦੂਜੇ ਤੇ ਆ ਜਾਵਾਂਗੇ। ਇਹ ਹੋਣਾ ਫੇਰ ਆ ਜਦੋਂ ਅਸੀਂ ਸਾਰੇ ਜਾਣੇ ਸੋਚਾਂਗੇ। ਲਾਸਟ ਦੇ ਵਿੱਚ ਮੈਂ ਤਕਰੀਬਨ ਜਿਹੜੇ ਸਾਰੇ ਮੇਰੇ ਆਏ ਆ ਸਾਰਿਆਂ ਦੇ ਨਾਮ ਨੇ, ਥੋੜੇ ਬਹੁਤੇ ਜ਼ਿਲ੍ਹਿਆਂ ਦੇ ਵਾਈ ਜਿਹੜੇ ਆਪਣੇ ਵੀਰਾਂ ਦੇ ਨਾਲ ਇੱਥੇ ਪਹੁੰਚੇ ਆ, ਮੈਂ ਥੋੜਾ ਜਿਹਾ ਸਾਰਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਵਾ। ਗੁਰਦਾਸਪੁਰ ਤੋਂ ਸਾਡੇ ਪ੍ਰਿੰਸ ਰੰਧਾਵਾ, ਬਖਸ਼ੀਸ਼ ਸਿੰਘ, ਚਰਨਜੀਤ, ਸਰਦਾਰ ਮੇਜਰ ਸਿੰਘ, ਕੁਲਬੀਰ ਰੰਧਾਵੇ, ਸਾਰੇ ਜਿਹੜੇ ਇੱਥੇ ਪਹੁੰਚੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਠਾਨਕੋਟ ਤੋਂ ਪ੍ਰੋਫੈਸਰ ਮੁਖਵਿੰਦਰ ਸਿੰਘ, ਉਹਨਾਂ ਦੇ ਨਾਲ ਆਏ ਸਾਰੇ ਜਿਹੜੇ ਦੋਸਤ ਆ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤਰਨਤਾਰਨ ਤੋਂ ਤੁਰ ਸਾਹਿਬ ਆਏ ਆ, ਕਰਮਜੀਤ ਹੁਣੀ ਆਏ ਆ, ਸਰਤਾਜ ਹੁਣੀ ਆਏ ਆ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਪੂਰਥਲੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰੋਸ਼ਨ ਖੇੜਾ ਜੀ, ਉਹਨਾਂ ਦੇ ਨਾਲ ਜਿਹੜੇ ਸਾਡੇ ਦੋਸਤ ਆਏ ਆ ਸਾਰੇ, ਉਹਨਾਂ ਦੇ ਕਲਵੰਤ ਹੋਣੀ, ਜਸਮੇਲ ਹੋਣੀ ਤਰਨਤਾਰਨ ਤੋਂ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਪੂਰਥਲੇ ਤੋਂ ਖੇੜਾ ਜੀ ਦਾ ਹੋ ਗਿਆ। ਜਲੰਧਰ ਤੋਂ ਬਹੁਤ ਹੀ ਜ਼ਿਆਦਾ ਸੰਗਤ ਆ ਸਾਡੀ ਸਾਰੀ, ਇਕੱਲੇ ਦਾ ਜੇ ਨਾਂ ਲਈਏ ਮੇਰੇ ਕੋਲ ਸਾਰਿਆਂ ਦਾ। ਜਸਪਾਲ ਜੀ ਆ, ਸੰਘਾ ਸਾਹਿਬ ਬੈਠੇ ਆ, ਬਲਕਾਰ ਜੀ ਨੇ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਮੋਗੇ ਤੋਂ ਸਾਡੇ ਪਰਮਿੰਦਰ ਹੁਣੀ ਆਏ ਆ, ਬਾਜਵੇ ਹੁਣੀ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬਠਿੰਡੇ ਤੋਂ ਸਾਡੇ ਬਹੁਤ ਹੀ ਸੀਨੀਅਰ ਪ੍ਰੋਫੈਸਰ ਸਰਜੀਤ ਸਿੰਘ ਜੀ, ਪ੍ਰੋਫੈਸਰ ਮਦਨ ਲਾਲ ਜੀ ਆਏ ਆ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸੰਗਰੂਰ ਤੋਂ ਸਾਡੇ ਬਲਵਿੰਦਰ ਹੁਣੀ ਵੀਰ ਸਾਡੇ, ਇਹਨਾਂ ਦੇ ਨਾਲ ਰਮਨਜੀਤ ਹੁਣੀ, ਜਸਮੇਲ ਹੁਣੀ, ਰਮਨਦੀਪ ਬਾਲਾ ਜੀ, ਸਾਰੇ ਆਏ ਆ, ਅਸੀਂ ਧੰਨਵਾਦ ਕਰਦੇ ਹਾਂ। ਬਰਨਾਲੇ ਤੋਂ ਪ੍ਰੋਫੈਸਰ ਬਹਾਦਰ ਸਿੰਘ ਜੀ, ਬਲਜੀਤ ਸਿੰਘ ਮਾਨ ਸਾਹਿਬ, ਰਾਜਵਿੰਦਰ ਜੀ, ਮਲਕੀਤ ਜੀ, ਬਲਵਿੰਦਰ ਜੀ, ਰੁਪਿੰਦਰ ਜੀ, ਹਰਬੰਸ ਜੀ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮਾਨਸੇ ਤੋਂ ਸਾਡੇ ਪ੍ਰੋਫੈਸ਼ਨ ਇਸ ਨੂੰ ਛੱਡ ਕੇ ਸਾਡਾ ਇੱਕ ਬਹੁਤ ਹੀ ਪਿਆਰਾ ਵੀਰ ਆ, ਇੰਜੀਨੀਅਰ ਆ, ਡਾਇਰੈਕਟਰ ਆ ਉੱਥੇ ਤਨੇਜਰਾ ਕਾਲਜ ਦੇ, ਇੰਜੀਨੀਅਰ ਰਾਜਵੀਰ ਜੀ ਆ, ਆਪਣੇ ਸਰਦਾਰ ਜਗਤਾਰ ਸਿੰਘ ਹੁਣੀ ਆ, ਅਸੀਂ ਇਹਨਾਂ ਦਾ ਜਿਹੜਾ ਧੰਨਵਾਦ ਕਰਦੇ ਹਾਂ। ਪਟਿਆਲੇ ਤੋਂ ਮੇਰੇ ਨਾਲ ਮੇਰੇ ਦੋਸਤ ਹਰਪ੍ਰੀਤ ਹੁਣੀ, ਸਰਦਾਰ ਭੁਪਿੰਦਰ ਸਿੰਘ ਹੁਣੀ, ਸਿਮਰਨ ਸੀ, ਸਾਰੇ ਆਏ ਆ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਮੋਹਾਲੀ ਤੋਂ ਸਾਡੇ ਬਹੁਤ ਹੀ ਮੇਰੇ ਪਹਿਲਾਂ ਵੀ ਦੱਸਿਆ ਇਕੱਠੇ ਰੂਮੇਟ ਰਹੇ ਸੁਰਿੰਦਰਪਾਲ ਝਿੰਗੜ ਜੀ, ਸਰਦਾਰ ਸਰਜੀਤ ਸਿੰਘ ਜੀ, ਨਿਰਪਾਲ ਸਿੰਘ ਹੁਣੀ ਜੀ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ।
सरदार नरेंद्र सिंह साढ़े बहुत ही सीनियर ਜਿਹੜੇ ਇੱਥੇ ਪਹਿਲਾਂ ਡਿਪਟੀ ਡਾਇਰੈਕਟਰ ਸਕੂਲ ਰਹੇ ਆ, ਉਹਨਾਂ ਦਾ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ। ਉਹਨਾਂ ਸਾਡੀ ਬੇਨਤੀ ਪ੍ਰਵਾਨ ਕਰਕੇ ਇੱਥੇ ਆਏ ਆ। ਰੋਪੜ ਤੋਂ ਪ੍ਰੋਫੈਸਰ ਨਿਸ਼ਾਂਤ ਹੋਣੀ, ਸਰਦਾਰ ਸੁਖਦੇਵ ਸਿੰਘ ਫੁੱਟਬਾਲ ਕੋਚ ਆਏ ਆ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਸਾਰੀ ਪਾਰਟੀ ਦਾ ਧੰਨਵਾਦ ਕਰਦੇ ਹਾਂ। ਹੁਸ਼ਿਆਰਪੁਰ ਤੋਂ ਡਾਕਟਰ ਲਖਵਿੰਦਰ ਸਿੰਘ, ਇੰਟਰਨੈਸ਼ਨਲ ਮਨਜਿੰਦਰ ਹੋਣੀ, ਸਾਰੇ ਮੇਰੇ ਵੀਰ ਆਏ, ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਮੈਂ ਦੋ ਤਿੰਨ ਨਾਂ ਲੈ ਰਿਹਾ, ਪਲੀਜ਼ ਕੋਈ ਮਾਈਂਡ ਨਾ ਕਰ ਜੇ। ਲੁਧਿਆਣੇ ਤੋਂ ਪ੍ਰਿੰਸੀਪਲ ਸਾਹਿਬ ਸਰਦਾਰ ਹਰਜੀਤ ਸਿੰਘ ਹੁਣੀ ਆਏ ਆ, ਜਗਤਾਰ ਸਿੰਘ ਹੁਣੀ ਆਏ ਆ, ਮਨਦੀਪ ਹੁਣੀ ਆਏ ਆ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਨਵਾਂ ਸ਼ਹਿਰ ਤੋਂ ਸਾਡੇ ਰਾਜਪਾਲ ਚੌਹਾਨ ਹੁਣੀ, ਫੋਨ ਉਹਦਾ ਹੀ ਆ ਰਿਹਾ, ਇੱਥੇ ਕਿਤੇ ਲਾਗੇ ਆ, ਪਹੁੰਚ ਰਹੇ ਆ, ਇਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਫਤਿਹਗੜ੍ਹ ਸਾਹਿਬ ਤੋਂ ਸਾਡੇ ਅਮਰਜੀਤ ਵੀਰ ਨਾਲ ਸਰਜੀਤ ਭਾਜੀ ਹੁਣੀ ਆਏ ਆ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਫਰੀਦਕੋਟ ਤੋਂ ਮਨਦੀਪ ਸਿੰਘ ਸ਼ਲਾਚੀ ਹੁਣੀ ਆਏ ਆ, ਸਾਰੇ ਸ਼ਲਾਚੀ ਪਲੇਅਰ ਦੇ ਨਾਂ ਤੇ ਪਿਆ, ਮੇਰਾ ਬਹੁਤ ਪਿਆਰਾ ਸਟੂਡੈਂਟ ਹੈ। ਜਦੋਂ ਅਸੀਂ ਪਹਿਲਾ 골ਡ ਮੈਡਲ ਲਿਆ ਵਾ, ਤਕਰੀਬਨ ਇਹ ਹੀਰੋ ਸੀ ਉਹ ਟੀਮ ਦਾ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਫਾਜ਼ਿਲਕਾ ਤੋਂ ਸਾਡੇ ਪ੍ਰਦੀਪ ਸਿੰਘ, ਸਰਬਜੀਤ ਸਿੰਘ ਵੀਰ ਹੁਣੀ, ਕੁਲਦੀਪ ਸਿੰਘ ਹੁਣੀ, ਸਰਬਜੀਤ ਸਿੰਘ ਏਓ ਸਾਹਿਬ ਆਏ ਆ, ਅਸੀਂ ਵੀ ਕਲਾਸ ਫੈਲੋ ਰਹੇ ਹਾਂ ਪਹਿਲਾਂ, ਬਹੁਤ ਦਿਲੋਂ ਇਹਨਾਂ ਦਾ ਮੰਮੀ ਵੀਰ ਬੈਠੇ ਆ, ਧੰਨਵਾਦ ਕਰਦੇ ਹਾਂ। ਇਸ ਤਰ੍ਹਾਂ ਹਰ ਜ਼ਿਲ੍ਹਿਆਂ ਤੋਂ ਤਕਰੀਬਨ ਸਾਰਿਆਂ ਨੇ ਆਪਣੀ ਹਾਜ਼ਰੀ ਲਾਈ ਆ, ਸਾਰਿਆਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਇੰਨੇ ਅੱਗੇ ਲੰਘਦਾ ਹੋਇਆ, ਥੈਂਕ ਯੂ। ਹੋਣਾ ਫੇਰ ਆ ਜਦੋਂ ਅਸੀਂ ਸਾਰੇ ਜਾਣੇ ਸੋਚਾਂਗੇ। ਲਾਸਟ ਦੇ ਵਿੱਚ ਮੈਂ ਤਕਰੀਬਨ ਜਿਹੜੇ ਸਾਰੇ ਮੇਰੇ ਆਏ ਆ, ਸਾਰਿਆਂ ਦੇ ਨਾਮ ਨੇ, ਥੋੜੇ ਬਹੁਤੇ ਜ਼ਿਲ੍ਹਿਆਂ ਦੇ ਵਾਈਜ਼ ਜਿਹੜੇ ਆਪਣੇ ਵੀਰਾਂ ਦੇ ਨਾਲ ਇੱਥੇ ਪਹੁੰਚੇ ਆ, ਮੈਂ ਥੋੜਾ ਜਿਹਾ ਸਾਰਿਆਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਵਾ। ਗੁਰਦਾਸਪੁਰ ਤੋਂ ਸਾਡੇ ਪ੍ਰਿੰਸ ਰੰਧਾਵਾ, ਬਖਸ਼ੀਸ਼ ਸਿੰਘ, ਚਰਨਜੀਤ, ਸਰਦਾਰ ਮੇਜਰ ਸਿੰਘ, ਕੁਲਵੀਰ ਰੰਧਾਵੇ ਹੋਣੀ, ਸਾਰੇ ਜਿਹੜੇ ਇੱਥੇ ਪਹੁੰਚੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਠਾਨਕੋਟ ਤੋਂ ਪ੍ਰੋਫੈਸਰ ਮੁਖਵਿੰਦਰ ਸਿੰਘ, ਉਹਨਾਂ ਦੇ ਨਾਲ ਆਏ ਸਾਰੇ ਜਿਹੜੇ ਦੋਸਤ ਆ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤਰਨਤਾਰਨ ਤੋਂ ਤੁਰ ਸਾਹਿਬ ਆਏ ਆ, ਕਰਮਜੀਤ ਹੋਣੀ ਆਏ ਆ, ਸਰਤਾਜ ਹੋਣੀ ਆਏ ਆ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਪੂਰਥਲੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰੋਸ਼ਨ ਖੇੜਾ ਜੀ, ਉਹਨਾਂ ਦੇ ਨਾਲ ਜਿਹੜੇ ਸਾਡੇ ਦੋਸਤ ਆਏ ਆ ਸਾਰੇ, ਉਹਨਾਂ ਦੇ ਕਲਵੰਤ ਹੋਣੀ, ਜਸਮੇਲ ਹੋਣੀ, ਤਰਨਤਾਰਨ ਤੋਂ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਕਪੂਰਥਲੇ ਤੋਂ ਖੇੜਾ ਜੀ ਦਾ ਹੋ ਗਿਆ। ਜਲੰਧਰ ਤੋਂ ਬਹੁਤ ਹੀ ਜ਼ਿਆਦਾ ਸੰਗਤ ਹੈ ਸਾਡੀ ਸਾਰੀ, ਕੱਲੇ ਦਾ ਜੇ ਨਾਂ ਲਈ ਮੇਰੇ ਸਾਰਿਆਂ ਦਾ, ਜਸਪਾਲ ਜੀ ਆ, ਸੰਘਾ ਸਾਹਿਬ ਬੈਠੇ ਆ, ਬਲਕਾਰ ਜੀ ਨੇ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਮੋਗੇ ਤੋਂ ਸਾਡੇ ਪਰਮਿੰਦਰ ਹੁਣੀ ਆਏ ਆ, ਬਾਜਵੇ ਹੁਣੀ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਬਠਿੰਡੇ ਤੋਂ ਸਾਡੇ ਬਹੁਤ ਹੀ ਸੀਨੀਅਰ ਪ੍ਰੋਫੈਸਰ ਸਰਜੀਤ ਸਿੰਘ ਜੀ, ਪ੍ਰੋਫੈਸਰ ਮਦਨ ਲਾਲ ਜੀ ਆਏ ਆ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸੰਗਰੂਰ ਤੋਂ ਸਾਡੇ ਬਲਵਿੰਦਰ ਹੁਣੀ ਵੀਰ ਸਾਡੇ, ਇਹਨਾਂ ਦੇ ਨਾਲ ਰਮਨਜੀਤ ਹੁਣੀ, ਜਸਮੇਲ ਹੁਣੀ, ਰਮਨਦੀਪ ਬਾਲਾ ਜੀ, ਸਾਰੇ ਆਏ, ਅਸੀਂ ਧੰਨਵਾਦ ਕਰਦੇ ਹਾਂ। ਬਰਨਾਲੇ ਤੋਂ ਪ੍ਰੋਫੈਸਰ ਬਹਾਦਰ ਸਿੰਘ ਜੀ, ਬਲਜੀਤ ਸਿੰਘ ਮਾਨ ਸਾਹਿਬ, ਰਾਜਵਿੰਦਰ ਜੀ, ਮਲਕੀਤ ਜੀ, ਬਲਵਿੰਦਰ ਜੀ, ਰੁਪਿੰਦਰ ਜੀ, ਹਰਬੰਸ ਜੀ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮਾਨਸੇ ਤੋਂ ਸਾਡੇ ਪ੍ਰੋਫੈਸ਼ਨ ਇਸ ਨੂੰ ਛੱਡ ਕੇ ਸਾਡਾ ਇੱਕ ਬਹੁਤ ਹੀ ਪਿਆਰਾ ਵੀਰ ਆ, ਇੰਜੀਨੀਅਰ ਆ, ਡਾਇਰੈਕਟਰ ਆ ਉੱਥੇ ਨਜ਼ਰਾ ਕਾਲਜ ਦੇ, ਇੰਜੀਨੀਅਰ ਰਾਜਵੀਰ ਜੀ ਆ, ਆਪਣੇ ਸਰਦਾਰ ਜਗਤਾਰ ਸਿੰਘ ਹੁਣੀ ਆ, ਅਸੀਂ ਇਹਨਾਂ ਦਾ ਜਿਹੜਾ ਧੰਨਵਾਦ ਕਰਦੇ ਹਾਂ। ਪਟਿਆਲੇ ਤੋਂ ਮੇਰੇ ਨਾਲ ਮੇਰੇ ਦੋਸਤ ਹਰਪ੍ਰੀਤ ਹੁਣੀ, ਸਰਦਾਰ ਭੁਪਿੰਦਰ ਸਿੰਘ ਹੁਣੀ, ਸਿਮਲ ਸੀ, ਸਾਰੇ ਆਏ ਆ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਮੋਹਾਲੀ ਤੋਂ ਸਾਡੇ ਬਹੁਤ ਹੀ ਮੇਰੇ ਪਹਿਲਾਂ ਵੀ ਦੱਸਿਆ, ਅਸੀਂ ਇਕੱਠੇ ਰੂਮੇਟ ਰਹੇ, ਸੁਰਿੰਦਰਪਾਲ ਝਿੰਗੜ ਜੀ, ਸਰਦਾਰ ਸਰਜੀਤ ਸਿੰਘ ਜੀ, ਕਿਰਪਾਲ ਸਿੰਘ ਹੁਣੀ ਜੀ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਰਦਾਰ ਨਰਿੰਦਰ ਸਿੰਘ ਸਾਡੇ ਬਹੁਤ ਹੀ ਸੀਨੀਅਰ ਜਿਹੜੇ ਇੱਥੇ ਪਹਿਲਾਂ ਡਿਪਟੀ ਡਾਇਰੈਕਟਰ ਸਕੂਲ ਰਹੇ ਆ, ਉਹਨਾਂ ਦਾ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ। ਉਹਨਾਂ ਸਾਡੀ ਬੇਨਤੀ ਪ੍ਰਵਾਨ ਕਰਕੇ ਇੱਥੇ ਆਏ ਆ। ਰੋਪੜ ਤੋਂ ਪ੍ਰੋਫੈਸਰ ਨਿਸ਼ਾਂਤ ਹੋਣੀ, ਸਰਦਾਰ ਸੁਖਦੇਵ ਸਿੰਘ ਫੁੱਟਬਾਲ ਕੋਚ ਆਏ ਆ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਸਾਰੀ ਪਾਰਟੀ ਦਾ ਧੰਨਵਾਦ ਕਰਦੇ ਹਾਂ। ਹੁਸ਼ਿਆਰਪੁਰ ਤੋਂ ਡਾਕਟਰ ਲਖਵਿੰਦਰ ਸਿੰਘ, ਇੰਟਰਨੈਸ਼ਨਲ ਮਨਜਿੰਦਰ ਹੋਣੀ, ਸਾਰੇ ਮੇਰੇ ਵੀਰ ਆਏ, ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ। ਮੈਂ ਦੋ ਤਿੰਨ ਨਾਂ ਲੈ ਰਿਹਾ, ਪਲੀਜ਼ ਕੋਈ ਮਾਈਂਡ ਨਾ ਕਰ ਜੇ। ਲੁਧਿਆਣੇ ਤੋਂ ਪ੍ਰਿੰਸੀਪਲ ਸਾਹਿਬ ਸਰਦਾਰ ਹਰਜੀਤ ਸਿੰਘ ਹੁਣੀ ਆਏ ਆ, ਜਗਤਾਰ ਸਿੰਘ ਹੁਣੀ ਆਏ ਆ, ਮਨਦੀਪ ਹੁਣੀ ਆਏ ਆ, ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਨਵਾਂ ਸ਼ਹਿਰ ਤੋਂ ਸਾਡੇ ਰਾਜਪਾਲ ਚੌਹਾਨ ਹੁਣੀ, ਫੋਨ ਉਹਦਾ ਹੀ ਆ ਰਿਹਾ, ਇੱਥੇ ਕਿਤੇ ਲਾਗੇ ਆ, ਪਹੁੰਚ ਰਹੇ ਆ, ਇਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਫਤਿਹਗੜ੍ਹ ਸਾਹਿਬ ਤੋਂ ਸਾਡੇ ਅਮਰਜੀਤ ਵੀਰ ਨਾਲ ਸਰਜੀਤ ਭਾਜੀ ਹੁਣੀ ਆਏ ਆ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਫਰੀਦਕੋਟ ਤੋਂ ਮਨਦੀਪ ਸਿੰਘ ਸ਼ਲਾਚੀ ਹੁਣੀ ਆਏ ਆ, ਸਾਰੇ ਸ਼ਲਾਚੀ ਪਲੇਅਰ ਦੇ ਨਾਂ ਤੇ ਪਿਆ, ਮੇਰਾ ਬਹੁਤ ਪਿਆਰਾ ਸਟੂਡੈਂਟ ਹੈ। ਜਦੋਂ ਅਸੀਂ ਪਹਿਲਾ 골ਡ ਮੈਡਲ ਲਿਆ ਵਾ, ਤਕਰੀਬਨ ਇਹ ਹੀਰੋ ਸੀ ਉਹ ਟੀਮ ਦਾ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਫਾਜ਼ਿਲਕਾ ਤੋਂ ਸਾਡੇ ਪ੍ਰਦੀਪ ਸਿੰਘ, ਸਰਬਜੀਤ ਸਿੰਘ ਵੀਰ ਹੁਣੀ, ਕੁਲਦੀਪ ਸਿੰਘ ਹੁਣੀ, ਸਰਬਜੀਤ ਸਿੰਘ ਏਓ ਸਾਹਿਬ ਆਏ ਆ, ਅਸੀਂ ਵੀ ਕਲਾਸ ਫੈਲੋ ਰਹੇ ਹਾਂ ਪਹਿਲਾਂ, ਬਹੁਤ ਦਿਲੋਂ ਇਹਨਾਂ ਦਾ ਮੰਮੀ ਵੀਰ ਬੈਠੇ ਆ, ਧੰਨਵਾਦ ਕਰਦੇ ਹਾਂ।
इस तरह हर ਜ਼ਿਲ੍ਹਿਆਂ ਤੋਂ ਤਕਰੀਬਨ ਸਾਰਿਆਂ ਨੇ ਆਪਣੀ ਹਾਜ਼ਰੀ ਲਾਈ ਆ। ਸਾਰਿਆਂ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਇੰਨੀਆਂ ਗੱਲਾਂ ਕਿੰਨਾ ਥੈਂਕ ਯੂ। जो प्रपोज रिपोर्ट जी सारी स्पोर्ट्स वैलफेयर सोसाइटी पंजाब की जी पढ़ी आ, मैं पहला भी सारे जी आया कहा सी जेडे सज्जन हुण शामिल होए आ उन्होंने सारिਆਂ ਨੂੰ एक बार फिर जी आया। असी पिछे ਜਿਹੜੀਆਂ 3 ਮੀਟਿੰਗਾਂ ਕੀਤੀਆਂ ਸੀ ਉਹਦੇ ਵਿੱਚ ਇੱਕ ਗੱਲ ਦੇ ਨਿਰਣੇ ਤੇ ਅਸੀਂ ਪਹੁੰਚੇ ਸੀ कि दलवीर सिंह ने इनीशिएटिव लिया आ ते इस एसोसीएशन दे इस वेले तो जिहड़ी अभी भावें वो एक 4 तरीक नूं दिन विच ऐसी लॉन्च करदा असीं अपने तौर ते जिन्ने साडे मेन सज्जण सी सारिਆਂ ने सलाह करके इहनूं ये सारियां पावरां दे दित्तियां सी कि तूं प्रधान ते एक्टिंग प्रधान इस वेले काम करना है ते अगे अपनी जिहड़ी रिपोर्ट उस दिन प्रपोज करनी है। उस तो बाद जिहड़े भी असी ये अपनी सोसाइटी बना के रजिस्टर्ड कराउने आ उहदा फिर एक जिहड़ा कानून ते विधान है उहनूं असी फॉलो करांगे। मेरा ख्याल आ तुसीं इस गल नाल सहमत होवोगे कि जिहड़ी दलवीर ने रिपोर्ट पेश कीती आ ये तो पहला जिहड़ा असी इहनूं एज ए प्रधान काम करन दी ताकत बख्शी सी। मेरे ख्याल तुसीं हत्थ खड़े करके उहदे नाल सारे सहमति जेड़ी इन्हें 13 मैं देखा पॉइंट इन्हें डिस्कस किए अंग्रेज़ों जो 13 पॉइंट वाला जो 13 नंबर है ना वो बहुता चंगा नहीं लगता पर साडे पंजाब के कल्चर के बड़ी चंगी तरह वो एक्सैप्टेड है। बाबे नानक दियां 13 तो ही गल चलती आ ये आपां 13 इन्हां मुद्दों के उत्ते डट के काम भी करना है। इन्हां मुद्दों के उत्ते काम करके इन्हां दे मुद्दों को कामयाब बनाउण लई चंगी योजना बना के पंजाब दीयां खेडां नूं तरक्की दे रस्ते तोड़न की कोशिश करनी है। एक रजिस्टर मैनूं सज्जणा ने दिता है जिहदे उत्ते नाम अपना जिले सारे लिखे हुए हैं वो अपना जिला देख के किहड़े पेज ते आ तुसीं अपने दस्तखत करके अपना फोन नंबर ते अपना ईमेल एड्रैस जिहड़ा नाल दे इन्हां 13 जिहड़े पॉइंट आपां दलवीर होणां ने डिस्कस कीते आ इन्हां दे उत्ते डिटेल विच इन्हां किहड़ियां गल्लां दे नाल असीं सहमत है किहड़ियां गल्लां दे नाल नहीं सहमत किहड़ियां गल्लां नूं किस तरीके दे नाल आपां अमली जामा पहुंचाउणा ये आपां शाम दी सभा दे विच गलबात करनी है। हुण कुछ 5-7 बंदिआं नूं मैं बेनती करनी आ ते ये भी बेनती करनी आ समय की निजाकत को मुख देखते हुए मैं चाहूँगा सारे 4 बजे 4:30-5 बजे फारग हो जान अपने अपने फिर तुसी ठिकाणिਆਂ ते भी सारे ने पहुँचना है महफूज पहुँच सको। वैसे असी साडे जलंधर वालिਆਂ वालों इत्थे रुको इत्थे रहो साडे कोले इंतजाम भी है पर वो जिहड़े हुण बुला रहे आ वो 2 ਤੋਂ 3 मिनट ले मैं उन्होंने बेनती करूँगा कि अपनी गल संखेप में रखते हुए क्योंकि मुड़ के असी सारी गल्लां ते डिटेल डिस्कशन करनी है जिहड़े थोड़े चाह पानी के सैशन तो बाद। सो सब तो पहला मेरी बेनती है कि साडे बहुत ही सीनियर सरदार नरिंदर सिंह जी होना ने जिन्होंने डिप्टी डायरैक्टर तौर पर पंजाब दीयां स्कूलों के विच जिहड़ा आ खेडां दे विच काम कीता और बड़े सुचज्जे तरीके दे नाल काम कीता। मेरा वास्ता इन्हां नाल पिछे इस संस्था के संबंध दी मीटिंगां 'च पिया सी पर मैं वो तो बड़ा लंबा समा पहला इन्हां दा जिहड़ा नाम जरूर सुन चुकिया सी कि बड़े वो कुशल प्रशासक है खेडां के खेत्र में बड़ा निठ के ते बड़ा सोच समझ दे नाल काम करन दी जिहड़ी युक्त रखदे आ। सर नरिंदर सिंह उन्हां नूं मैं बेनती करूँगा वो तुहानूं मुखातब है। पंजाब राज की खेडां की चंगी रूपरेखा ਨੂੰ ਲਿਖਣ ਲਈ ਤੁਸੀਂ ਸੁਪਨਾ ਲੈ ਕੇ ਇਕੱਤਰ ਹੋਏ। ਇਟਸ ਮੀਟਿੰਗ ਆਫ ਮਾਈਂਡਸ। ਤੁਹਾਡੇ ਮਾਈਂਡਸ ਦੇ ਵਿੱਚ ਕੀ ਸਮੱਸਿਆਵਾਂ ਨੇ ਤੇ ਪੰਜਾਬ ਨੂੰ ਉੱਚਾ ਚੁੱਕਣ ਲਈ ਤੁਸੀਂ ਕੀ ਕਰ ਸਕਦੇ ਹੋ। ਇਸ ਵਿਸ਼ੇ ਦੇ ਉੱਤੇ ਜੋ ਅੱਜ ਮੀਟਿੰਗ ਕੀਤੀ ਹੈ ਵੈਸੇ ਮੈਂ ਅਸਲੀਅਤ ਦੱਸਾਂ ਕਿ ਮੈਂ ਆਉਣਾ ਨਹੀਂ ਚਾਹੁੰਦਾ ਸੀ। ਜਦੋਂ ਮੈਨੂੰ ਰਾਤ ਕਿਹਾ ਗਿਆ ਮੈਂ ਮਾਯੂਸ ਸੀ क्योंकि जिस विभाग दे विच तुसीं 35 साल काम करके
ਤੇ ਨੌਕਰੀ ਨੂੰ ਤੁਸੀਂ ਛੱਡ ਦਿਓ ਇਸ ਕਰਕੇ ਕਿ ਤੁਹਾਡੇ ਪ੍ਰਤੀ ਐਟੀਟਿਊਡ ਜਿਹੜਾ ਸਰਕਾਰ ਦਾ ਠੀਕ ਨਹੀਂ ਹੈ, ਤੇ ਉੱਥੇ ਹੋਰ ਕੰਮ ਕਰਨ ਦੀ ਕੋਈ ਲੋੜ ਨਹੀਂ। ਪਰ ਨਹੀਂ, ਮੈਂ ਮਾਯੂਸ ਨਹੀਂ ਹੋਣਾ ਚਾਹੁੰਦਾ, ਨਾ ਹੀ ਤੁਹਾਨੂੰ ਕਰਾਂਗਾ। ਮੈਂ ਚਾਹੁੰਦਾ ਕਿ ਅਸੀਂ ਜਿਹੜੇ ਏਜੰਡੇ ਨੂੰ ਡਿਸਕਸ ਕਰਨ ਲਈ ਇਕੱਠੇ ਹੋਏ ਹਾਂ ਉਹ ਬੜਾ ਇੰਪੋਰਟੈਂਟ ਹੈ। ਤੁਸੀਂ ਪੰਜਾਬ ਦੇ ਜਿਹੜੀ ਇਸ ਵੇਲੇ ਪਰਫਾਰਮੈਂਸ ਇਨ ਸਪੋਰਟਸ ਹੈ ਉਹ ਬੜੀ ਚਿੰਤਾਜਨਕ ਹੈ। ਮਣੀਪੁਰ ਸਟੇਟ ਸਾਡੇ ਤੋਂ ਉੱਪਰ ਚਲੇ ਗਿਆ, ਹਰਿਆਣਾ ਤਾਂ ਚਲੋ ਉਹ ਖੁੱਲੇ ਪੈਸੇ ਵੰਡ ਰਹੇ ਨੇ। ਚਿੰਤਾ ਦੀ ਗੱਲ ਹੈ ਨੌਜਵਾਨਾਂ ਦੀ। ਅੰਮ੍ਰਿਤਸਰ ਦੇ ਵਿੱਚ ਇੱਕ ਮਕਬੂਲਪੁਰਾ ਪਿੰਡ ਹੈ ਜਿਹੜਾ ਵਿਲੇਜ ਆਫ ਵਿਡੋਜ਼ ਕਿਹਾ ਜਾਂਦਾ ਉਹਨੂੰ, ਤੇ ਮੋਗੇ ਦਾ ਇੱਕ ਪਿੰਡ ਹੈ ਜਿਹੜਾ ਕੈਪੀਟਲ ਆਫ ਡਰੱਗਸ ਹੈ, ਤੇ 400 ਘਰ ਨੇ ਉੱਥੇ, ਤੇ 390 FIR ਦਰਜ ਹੋਈਆਂ ਨੇ ਉਸ ਪਿੰਡ ਦੀਆਂ। ਚਿੰਤਾ ਇਸ ਗੱਲ ਦੀ ਕਰਨੀ ਹੈ ਕਿ ਨੌਜਵਾਨਾਂ ਨੂੰ ਖੇਡਣ ਲਾਣਾ ਹੈ, ਤੇ ਖੇਡਣ ਕਿਹਨੇ ਲਾਣਾ? ਅਸੀਂ ਲਾਣਾ ਹੈ। ਸਰਕਾਰ ਵੱਲੋਂ ਜਿਹੜੇ ਇਨਾਮ ਦੀ ਗੱਲ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਦਿਆਂਗੇ, ਜਿਹੜੀ ਜੇ ਪਾਲਿਸੀ ਲਾਗੂ ਕਰਾ ਲੈਂਦੇ ਉਹਦੇ ਬਹੁਤ ਸਾਰੀਆਂ ਸਹੂਲਤਾਂ ਉਹਦੇ ਵਿੱਚ ਹੀ ਨੇ, ਪਰ ਲਾਗੂ ਨਹੀਂ ਹੋ ਰਹੀ। ਉਹਦੇ 'ਚ ਮੇਨ ਗੱਲ ਹੈ ਕਿ ਜਿਹੜੀ ਬੱਚਿਆਂ ਨੂੰ 75% ਬੱਸ ਕਿਰਾਏ ਦਾ ਛੋਟ ਹੈ ਸਟੇਟ ਖੇਡਾਂ ਦੇ ਲਈ, ਅਜੇ ਤੱਕ ਨਹੀਂ ਹੋ ਰਹੀ। ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਕਰਨਾ ਕੀ ਹੈਗਾ ਕਿ ਸੈਕਟਰੀ ਟਰਾਂਸਪੋਰਟ ਨੇ ਇੱਕ ਲੈਟਰ ਜਾਰੀ ਕਰਨੀ ਹੈ ਵੀ ਜਿਹੜੇ ਬੱਚੇ ਸਟੇਟ ਖੇਡਣ ਜਾਣ ਉਹਨਾਂ ਨੂੰ 75% ਕਿਰਾਏ ਦੀ। ਜਿਹੜੇ ਬੱਚੇ ਨੈਸ਼ਨਲ ਸਕੂਲ ਖੇਡ ਦੇ ਵਿੱਚ ਪਰਫਾਰਮੈਂਸ ਚੰਗੀ ਕਰਕੇ ਆਏ ਨੇ, 15,000 ਰੁਪਏ ਉਹਨੂੰ ਇਨਾਮ ਹੈ ਗੋਲਡ ਮੈਡਲ ਦਾ, 10,000 ਰੁਪਏ ਉਹਨੂੰ ਸਿਲਵਰ ਮੈਡਲ ਦਾ, 7500 ਰੁਪਏ ਉਹਨੂੰ ਬ੍ਰੌਂਜ਼ ਮੈਡਲ ਦਾ। ਜੇ ਉਹੀ ਦਵਾ ਦਈਏ ਤਾਂ ਬੜਾ ਹੈ। ਪਾਲਿਸੀ ਨੂੰ ਜੋ ਅਸੀਂ ਪ੍ਰੋਗਰਾਮ ਲਿਖਿਆ ਹੈਗਾ ਉਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਜਿਹੜੀ ਗੱਲ ਹੈ, ਜਿਹੜੇ ਪਿਛਲੇ ਦਿਨ ਸਾਈ ਦੇ ਵਿੱਚ ਕੋਚਿਸ ਵੱਲੋਂ ਪਲੇਅਰਸ ਦੀ, ਗਰਲਸ ਪਲੇਅਰਸ ਦੀ ਸੈਕਸੁਅਲ ਹਰਾਸਮੈਂਟ ਦੇ ਕਰਕੇ ਬੜੀ ਸ਼ਰਮ ਆਉਂਦੀ ਹੈ। ਉਸ ਇਸ਼ੂ ਨੂੰ ਵੀ ਆਪਾਂ ਟੇਕ ਅਪ ਕਰਨਾ ਹੈ ਆਪਣੇ ਏਜੰਡੇ ਦੇ ਵਿੱਚ ਕਿ ਕੁੜੀਆਂ ਦੀ ਪਾਰਟਿਸਿਪੇਸ਼ਨ ਕਿਉਂ ਨਹੀਂ ਹੋ ਰਹੀ, ਕਿਉਂਕਿ ਸਾਡੇ ਤੇ ਵਿਸ਼ਵਾਸ ਹੀ ਨਹੀਂ ਕੀਤਾ ਜਾ ਰਿਹਾ। ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਪੈਸੇ ਦੀ ਲੋੜ ਹੈ। ਪੈਸੇ ਕਿੱਥੋਂ ਆਉਣੇ ਨੇ? ਆਪਾਂ ਇੱਕ ਵਧੀਆ ਪਲਾਨ ਬਣਾਉਣੀ ਹੈ, ਇੱਕ ਦੂਸਰੇ ਦੇ ਨੁਕਸ ਨਹੀਂ ਕੱਢਣੇ। ਅਸੀਂ ਦੇਖਣਾ ਹੈ ਕਿ ਵੈਲਫੇਅਰ ਕਿੱਦਾਂ ਕਰਨਾ ਹੈ ਪਲੇਅਰਸ ਦਾ। ਮੈਨੂੰ ਯਾਦ ਹੈ ਗੁਰਦਾਸਪੁਰ ਦੇ ਵਿੱਚ ਇੱਕ ਜਿਮਨਾਸਟਿਕ ਵੈਲਫੇਅਰ ਸੁਸਾਇਟੀ ਬਣੀ ਸੀ, ਤੇ ਉਹ ਬੱਚੇ ਏਸ਼ੀਆ ਤੱਕ ਉਹ ਚੈਂਪੀਅਨ ਬਣੇ, ਔਰ ਉਹਦਾ ਖਰਚਾ ਸੁਸਾਇਟੀ ਕਰਦੀ ਸੀ। ਤਾਂ ਆਪਾਂ ਜਿਹੜੀ ਪੰਜਾਬ ਦੀ ਸੁਸਾਇਟੀ ਦੀ ਜਿਹੜਾ ਸੁਪਨਾ ਲਿਖਿਆ ਹੈ, ਉਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਕੰਮ ਕਰਨਾ ਪੈਣਾ। ਤੇ ਜੇ ਕੰਮ ਕਰਨ ਲਈ ਸਾਡੇ ਕੋਲ ਵਿਲ ਪਾਵਰ ਨਹੀਂ ਹੈ, ਸਾਡੇ ਕੋਲ ਜੋਸ਼ ਨਹੀਂ ਹੈ, ਤੇ ਫਿਰ ਅਸੀਂ ਕੰਮ ਨਹੀਂ ਕਰ ਸਕਾਂਗੇ। ਮੈਂ ਇਹੀ ਕਹਾਂਗਾ ਤੁਹਾਨੂੰ ਸਾਰਿਆਂ ਨੂੰ ਕਿ ਸਭ ਤੋਂ ਜ਼ਿਆਦਾ ਚਿੰਤਾ ਦੀ ਗੱਲ ਹੈ ਪ੍ਰਾਇਮਰੀ ਸਕੂਲ ਦੇ ਲੈਵਲ ਦੇ ਉੱਤੇ ਖੇਡਾਂ ਦੇ ਬਾਰੇ ਸੋਚਣਾ। ਉਹਨਾਂ ਨੂੰ ਕਿੱਦਾਂ? ਉਹਦੇ ਵਾਸਤੇ ਪੈਸੇ ਹੀ ਨਹੀਂ ਹੈਗੇ, ਦੇਅਰ ਨੋ ਫੰਡ। ਸਰਕਾਰ ਕੋਲ ਫੰਡ ਕਰਵਾਉਣੇ। ਮੈਂ ਮਤਲਬ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਹਾਡੇ ਕੋਲ ਟਾਈਮ ਹੈ, ਲੇਕਿਨ ਲਾਸਟ ਈਅਰ ਜਿਹੜਾ ਇਹ ਪ੍ਰੈਜ਼ੈਂਟ ਬਜਟ ਹੈ 31/3/2014 ਨੂੰ ਖਤਮ ਹੋ ਰਿਹਾ, ਉਹਦੇ ਵਿੱਚ ਮਤਲਬ ਅਸੀਂ ਸਾਰਿਆਂ ਨੇ ਐਫਰਟਸ ਕੀਤੀਆਂ ਸੀ ਕਿ 10 ਕਰੋੜ ਰੁਪਈਆ ਪੰਜਾਬ ਦੇ ਬਜਟ ਦੇ ਵਿੱਚ ਪਹਿਲੀ ਵਾਰ ਹੋਇਆ। ਮੈਨੂੰ ਨਹੀਂ ਲੱਗਦਾ ਕਿ ਉਹ 31 ਮਾਰਚ ਤੱਕ ਖਰਚ ਵੀ ਹੋ ਸਕੇ। ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਜੇ ਪਲਾਨ ਬਣਾਉਣਾ ਹੈ, ਜੇ ਕੋਈ ਸੋਚ ਬਣਾਉਣੀ ਹੈ, ਕੋਈ ਕੰਮ ਕਰਨਾ ਹੈ, ਤੇ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਐਫਰਟਸ ਵੀ ਕਰਨੇ ਨੇ। ਇੰਨੇ ਵੱਡੇ ਟਾਰਗੇਟ ਨਹੀਂ ਫਿਕਸ ਕਰ ਲੈਣੇ। ਆਪਾਂ ਦੂਸਰੇ ਸਟੇਟਸ ਨੂੰ ਫੋਲੋ ਕਰੀਏ, ਕੀ ਕਰਦੇ ਨੇ ਦੂਸਰੇ ਸਟੇਟਸ। ਮੈਡਲ ਟੈਲੀ ਦੇ ਵਿੱਚ ਸਾਡਾ ਸਕੂਲਾਂ ਦੇ ਵਿੱਚ ਦਿੱਲੀ ਬਹੁਤ ਉੱਤੇ ਹੈ, ਪਰ ਦਿੱਲੀ ਸਾਰੀ ਹੇਰਾਫੇਰੀ ਹੈ। ਮੈਡਲ ਟੈਲੀ ਦੂਸਰੇ ਨੰਬਰ ਤੇ ਮਹਾਰਾਸ਼ਟਰ ਹੈ। ਉੱਥੇ ਜਿਹੜੀਆਂ ਸਟੇਟਸ ਜਾਂ ਨੈਸ਼ਨਲ ਹੁੰਦੀਆਂ ਨੇ, ਉਹ ਐਸੋਸੀਏਸ਼ਨ ਕਰਾਉਂਦੀ ਹੈ ਕੰਸਰਨਡ ਗੇਮ ਦੀ, ਮਤਲਬ ਇੱਕ ਈਵੈਂਟ ਕਰਾਉਂਦੇ ਨੇ, ਉਹ ਬਹੁਤ ਸਿਸਟਮ ਨਾਲ ਕੰਮ ਕਰਦੇ ਨੇ। ਲੇਕਿਨ ਸਾਡੇ ਰਿਵਾਜ ਹੈਗਾ ਕਿ ਜਿਸ ਕੀ ਫੀਲਡ ਉਸੀ ਕੀ ਸ਼ੀਲਡ। ਇਹ ਰਵਾਇਤ ਨੂੰ ਬੰਦ ਕਰਨ ਲਈ ਸਾਨੂੰ ਲੋੜ ਹੈ ਕਿ ਅਸੀਂ ਅੰਪਾਇਰਸ ਦੇ ਕਲੀਨਿਕ ਲਗਾਈਏ, ਉਹਨਾਂ ਦੀ ਟ੍ਰੇਨਿੰਗ ਇੱਦਾਂ ਦੀ ਕਰੀਏ ਕਿ ਫੇਅਰ ਜਜਮੈਂਟ ਦੇਣ, ਕੋਈ ਜਿੱਤ ਕੇ ਲੈ ਜਾਵੇ, ਜਿਹੜਾ ਵਧੀਆ ਖੇਲੇਗਾ ਉਹ ਜਿੱਤ ਕੇ ਲੈ ਜਾਵੇ। ਅਸੀਂ
ਇਸੇ ਗੱਲ ਨੂੰ ਪ੍ਰਮੋਟ ਕਰਨਾ ਹੈ। ਇਸ ਸੁਸਾਇਟੀ ਨੇ ਜਿਹੜੇ ਕੰਮ ਕਰਨੇ ਨੇ ਉਹਦੇ ਵਿੱਚ ਸਾਡੇ ਵੱਲੋਂ ਜੋ ਵੀ ਸਹਿਯੋਗ ਅਸੀਂ ਦੇ ਸਕਦੇ ਹੋਵਾਂਗੇ ਜ਼ਰੂਰ ਦੇਵਾਂਗੇ। ਲੇਕਿਨ ਮੈਂ ਚਾਹੁੰਦਾ ਕਿ ਸਪੋਰਟਸ ਨੂੰ ਅਸੀਂ ਰੀਅਲ ਸੈਂਸ ਦੇ ਵਿੱਚ ਇਹਨੂੰ ਇਨ ਟਰੂ ਸਪਿਰਿਟ ਦਿਲੋਂ ਕਰਕੇ ਕਰੀਏ। ਬਹੁਤ ਪਿੱਛੇ ਰਹਿ ਗਏ ਅਸੀਂ, ਬਹੁਤ ਸ਼ਰਮ ਆਉਂਦੀ ਹੈ ਜਦੋਂ ਅਸੀਂ ਪਰਫਾਰਮੈਂਸ ਦੇਖਦੇ ਹਾਂ। ਮੈਨੂੰ ਮਣੀਪੁਰ ਦਾ ਉਹ ਮੰਗਲਮ ਸਿੰਘ ਜੀ फोन करता है, बोले नरेंद्र ये पंजाब का रंगला पंजाब कहाँ भेज दिया। मैं रंगला पंजाब तो ऐसा नहीं, वो तो भंगड़े गिद्दे को बोलते हैं, आपने तो रंग बिरंगे ट्रैक सूट भेज दिए, रंगला पंजाब बना दिया। सो इस तरह की गल्लां सुनिए जान, बच्चे ਜਿਹੜੇ ਜਾਣ ਉਹ ਉਹਨਾਂ ਨੂੰ ਲੱਗੇ ਕਿ ਅਸੀਂ ਪੰਜਾਬ ਸਟੇਟ ਦੇ ਬੱਚੇ ਹਾਂ, ਉਹਨਾਂ ਨੂੰ ਇਹ ਲੱਗੇ ਕਿ ਅਸੀਂ ਪੰਜਾਬ ਦੇ ਲਈ ਖੇਡਣਾ ਹੈ ਤੇ ਪੰਜਾਬ ਸਾਡੇ ਲਈ ਕੁਝ ਕਰ ਰਿਹਾ ਹੈ। ਸਿਲੈਕਸ਼ਨ ਦੇ ਵਿੱਚ ਮੈਨੂੰ ਪਤਾ ਹੈਗਾ ਕਿ ਕਿੰਨੇ ਪ੍ਰੈਸ਼ਰ ਪੈਂਦੇ ਨੇ, ਔਰ ਆਈ ਟੈਲ ਯੂ ਕਿ ਅਸੀਂ ਕੋਈ ਪ੍ਰੈਸ਼ਰ ਨਹੀਂ, ਸਾਰੇ ਪ੍ਰੈਸ਼ਰ ਜਿਹੜੇ ਰੈਜ਼ਿਸਟ ਕੀਤੇ ਇਸ ਕਰਕੇ ਕਿ ਅਸੀਂ ਚਾਹੁੰਦੇ ਸੀ ਕਿ ਹਰ ਪਲੇਅਰ ਜਿਹੜਾ ਡਿਜ਼ਰਵ ਕਰਦਾ ਹੈ ਉਹ ਜਾਏ, ਜੇ ਉਹਦੀ ਸਿਫਾਰਿਸ਼ ਨਹੀਂ ਹੈ ਤੇ ਉਹਦੀ ਮੈਰਿਟ ਦੇ ਉੱਤੇ ਸਿਲੈਕਸ਼ਨ ਹੋਵੇ। ਸੋ ਮੈਂ ਚਾਹੁੰਦਾ ਕਿ ਆਪਾਂ ਜਿਹੜਾ ਸਰਦਾਰ ਦਲਵੀਰ ਸਿੰਘ ਹੋਰਾਂ ਨੇ ਜੋ ਸੋਚ ਰੱਖੀ ਹੈ ਉਸ ਸੋਚ ਦੇ ਉੱਤੇ ਪਹਿਰਾ ਦੇਈਏ, ਦਿਲੋਂ ਕੰਮ ਕਰੀਏ, ਰਲ ਕੇ ਕੰਮ ਕਰੀਏ ਤਾਂ ਜੋ ਚੰਗੇ ਰਿਜ਼ਲਟ ਨਿਕਲ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰ ਫਿਰ ਤੁਹਾਡਾ ਧੰਨਵਾਦ। ਥੈਂਕ ਯੂ ਵੈਰੀ ਮਚ। ਸਰ ਨਰਿੰਦਰ ਸਿੰਘ ਹੋਣਾ ਨੇ ਥੋੜੀ ਜਿਹੀ ਮਾਯੂਸੀ ਦੀ ਗੱਲ ਕੀਤੀ ਆ। ਖੈਰ ਜਦੋਂ ਤੁਸੀਂ ਸੱਚੇ ਮਨੋਂ ਕਿਤੇ ਕੰਮ ਕੀਤਾ ਹੋਵੇ, ਖੂਨ ਪਸੀਨਾ ਵਹਾਇਆ ਹੋਵੇ, ਖੂਨ ਪਸੀਨੇ ਦੇ ਨਾਲ ਕਿਤੇ ਖੂਨ ਸਾੜਿਆ ਵੀ ਹੋਵੇ ਸੋਚ ਕੇ ਕੁਛ ਨਾ ਕੁਛ ਚੰਗਾ ਕਰਨ ਦੇ ਲਈ, ਤਾਂ ਫਿਰ ਉੱਥੇ ਮਾਯੂਸੀ ਥੋੜ੍ਹੀ ਜਿਹੀ ਆਉਂਦੀ। ਪਰ ਮਾਯੂਸ ਹੋ ਕੇ ਬੈਠਣ ਦੀ ਜ਼ਰੂਰਤ ਨਹੀਂ। ਇਹ ਹਾਲੇ ਸਰਕਾਰੀ ਸੇਵਾ ਕਰ ਰਹੇ ਆ, ਸਰਕਾਰੀ ਸੇਵਾ ਪੂਰੀ ਕਰ ਲੈਣ। ਆਹ ਸੰਸਥਾ ਮਾਯੂਸ ਨਹੀਂ ਹੋਣ ਦਊਗੀ। ਇਹ ਜਿੰਨਾ ਚਾਹੇ ਇਸ ਸੰਸਥਾ 'ਚ ਕੰਮ ਕਰ ਸਕਦੇ ਆ, ਖਿਡਾਰੀਆਂ ਦਾ ਭਲਾ ਕਰ ਸਕਦੇ ਆ। ਸ਼ਿਵ ਕੁਮਾਰ ਬਟਾਲਵੀ ਨੂੰ ਪੁੱਛਿਆ ਵੀ ਤੂੰ ਆ ਜਿਹੜੀ ਤੇਰੀ ਕਿਤਾਬ ਕਵਿਤਾਵਾਂ ਦੀ ਲਿਖੀ ਹੈ ਬਹੁਤ ਵਧੀਆ ਹੈ, ਜਿੰਨੀਆਂ ਤੂੰ ਪਹਿਲੀਆਂ ਕਵਿਤਾਵਾਂ ਲਿਖੀਆਂ ਤੇ ਜਿੰਨੀਆਂ ਕਿਤਾਬਾਂ ਲਿਖੀਆਂ ਉਹਨਾਂ ਸਾਰੀਆਂ ਨਾਲ ਉਹ ਵਧੀਆ ਹੈ। ਕਹਿੰਦਾ ਅੱਛਾ। ਮੈਂ ਕਹਿੰਦਾ ਇਹੋ ਕਿਤਾਬ ਨਾ ਸਿਰਫ ਤੇ ਸਿਰਫ ਜਿਹੜੇ ਮੇਰੇ ਕ੍ਰਿਟਿਕ ਆ ਮੈਂ ਉਹਨਾਂ ਨੂੰ ਮੁੱਖ ਰੱਖ ਕੇ ਲਿਖੀ ਆ। ਜਦੋਂ ਕਿਸੇ ਇੱਦਾਂ ਦੀਆਂ ਜਥੇਬੰਦੀਆਂ 'ਚ ਕੰਮ ਕਰਨਾ ਪਵੇ, ਤੁਹਾਨੂੰ ਕਿਤੇ ਕਿੰਤੂ ਪ੍ਰੰਤੂ ਕਰਨਾ ਪਵੇ, ਪਰ ਉਹ ਕਿੰਤੂ ਪ੍ਰੰਤੂ ਕਿਸੇ ਉਸਾਰੀ ਵੱਲ ਜਾਂਦਾ ਹੋਵੇ, ਮੈਨੂੰ ਲੱਗਦਾ ਉੱਥੇ ਕਿੰਤੂ ਪ੍ਰੰਤੂ ਕਰਨ ਲੱਗਿਆ ਸੰਕੋਚ ਨਹੀਂ ਕਰਨਾ ਚਾਹੀਦਾ। ਉੱਥੇ ਕਿੰਤੂ ਪ੍ਰੰਤੂ ਕਰਨਾ ਚਾਹੀਦਾ ਔਰ ਡਟ ਕੇ ਕਰਨਾ ਚਾਹੀਦਾ। ਸੋ ਇਹ ਸੈਸ਼ਨ ਜਿਹੜਾ ਅਸੀਂ ਜਲਦੀ ਜਿਹੜਾ ਉਹ ਖਤਮ ਕਰਨ ਜਾ ਰਹੇ ਹਾਂ, ਕਿਉਂਕਿ ਮੈਨੂੰ ਇਹ ਸੀ ਵੀ 1 ਵਜੇ ਅਸੀਂ ਸ਼ੁਰੂ ਕਰਨ ਦਾ ਟਾਈਮ ਦਿੱਤਾ ਸੀ, 1:05 ਤੇ ਰਾਈਟ ਸ਼ੁਰੂ ਕਰ ਦਿੱਤਾ ਸੀ ਤੇ 20-25 ਮਿੰਟ ਦੀ ਗੱਲ ਹੋਊਗੀ ਬਰੀਫ, ਪਰ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆ ਉਹ ਲੰਬੀ ਹੋ ਗਈ ਆ। ਹੁਣ 2 ਬੁਲਾਰਿਆਂ ਨੂੰ ਬੁਲਾ ਕੇ ਮੈਂ ਇਸ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਕਰਨੀ ਆ, ਫਿਰ ਆਪਾਂ ਚਾਹ ਪਾਣੀ ਪੀ ਕੇ ਦੁਬਾਰਾ ਇਕੱਤਰ ਹੋਣਾ, ਫਿਰ ਸਾਰੇ ਸੱਜਣ ਜਿਹੜਾ ਵੀ ਆ ਕੇ ਆਪਣੀ ਗੱਲ ਕਰਨੀ ਚਾਹੁੰਦਾ ਹੋਵੇ ਉਹਨੂੰ ਆਪਾਂ ਇੱਥੇ ਸੱਦਾ ਦੇਵਾਂਗੇ, ਖੁੱਲ੍ਹੀ ਗੱਲਬਾਤ ਜਿਹੜੀ ਆਪਾਂ ਕਰਾਂਗੇ। ਹੁਣ ਮੈਂ ਪ੍ਰੋਫੈਸਰ ਲਖਵਿੰਦਰ ਸਿੰਘ ਹੋਣਾ ਨੂੰ, ਪ੍ਰੋਫੈਸਰ ਡਾਕਟਰ ਲਖਵਿੰਦਰ ਸਿੰਘ ਖਾਲਸਾ ਕਾਲਜ ਮਾਲਪੁਰ ਤੋਂ, ਉਹਨਾਂ ਨੂੰ ਬੇਨਤੀ ਕਰਦਾ ਕਿ ਬਰੀਫ ਜਿਹੜੀ ਆ ਉਹ ਇਸ ਸਪੋਰਟਸ ਵੈਲਫੇਅਰ ਸੁਸਾਇਟੀ ਬਾਰੇ ਆਪਣਾ ਵਿਚਾਰ ਰੱਖਣ। ਪ੍ਰੋਫੈਸਰ ਡਾਕਟਰ ਲਖਵਿੰਦਰ ਸਿੰਘ। ਸਮੂਹ ਪੰਜਾਬ ਤੋਂ ਖੇਡ ਪ੍ਰੇਮੀ ਤੇ ਖੇਡਾਂ ਪ੍ਰਤੀ ਚਿੰਤਤ ਪਹੁੰਚੇ ਸ਼ਖਸੀਅਤਾਂ ਸਾਰਿਆਂ ਨੂੰ ਬਹੁਤ ਸਤਿਕਾਰ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਜੀ ਆਇਆਂ ਨੂੰ। ਮੈਂ 2 ਮਿੰਟ ਹੀ ਗੱਲ ਕਰਾਂਗਾ, ਬਹੁਤ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਡਿਟੇਲ 'ਚ ਗੱਲ ਦਲਬੀਰ ਜੀ ਸਪਾਲ ਜੀ ਨੇ ਕੀਤੀ ਹੈ, ਭਾਈ ਦਰਿੰਦਰ ਜੀ ਕਰਕੇ ਗਏ ਨੇ। ਆਪਾਂ ਗੱਲ ਕਰ ਰਹੇ ਹਾਂ ਵੈਲਫੇਅਰ ਸੁਸਾਇਟੀ ਦੀ, ਖੇਡਾਂ ਨੂੰ ਉੱਪਰ ਚੁੱਕਣ ਦੀ। ਮੈਂ ਇਹ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਲਈ ਜਿੱਥੇ ਸਹਿਣਸ਼ੀਲਤਾ ਤੇ ਦੌੜ ਮਿਹਨਤ ਦੀ ਲੋੜ ਹੁੰਦੀ ਹੈ, ਉੱਥੇ ਜ਼ਰੂਰਤ ਹੁੰਦੀ ਹੈ ਇੱਕ ਤਾਕਤ ਦੀ। ਤੇ ਮੇਰਾ ਖਿਆਲ ਹੈ, ਮੇਰਾ ਨਿੱਜੀ ਵਿਚਾਰ ਹੈ, ਤੁਸੀਂ ਸਹਿਮਤ ਹੋਵੋਗੇ ਉਹਦੇ ਨਾਲ, ਇਹ ਜਿਹੜਾ ਪਲੇਟਫਾਰਮ ਤੁਸੀਂ ਸਾਰੇ ਖੜਾ ਕਰਨ ਜਾ ਰਹੇ ਹੋ, ਇਹ ਪਲੇਟਫਾਰਮ ਉਹ ਤਾਕਤ ਹੋਵੇਗੀ, ਉਹ ਮੰਗਾਂ ਪੂਰੀਆਂ ਕਰਨ ਲਈ ਇੱਕ ਸ਼ਕਤੀ ਹੋਵੇਗੀ
ਜਿਹੜੀਆਂ ਕਮੀਆਂ ਨੂੰ ਅਸੀਂ ਦੂਰ ਕਰਨ ਬਾਰੇ ਸੋਚ ਰਹੇ ਹਾਂ। ਮੈਂ ਆਪਣੀ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ। ਪਿਛਲੇ ਸਾਲ ਜਦੋਂ ਇਸ ਸੈਸ਼ਨ ਵਾਸਤੇ ਟਰਾਇਲ ਹੋਏ ਤੇ ਸਾਡੇ ਹੁਸ਼ਿਆਰਪੁਰ ਤੋਂ ਇੱਕ ਕੋਚ ਸਾਹਿਬਾਨ ਨੇ ਬੱਚਿਆਂ ਨੂੰ ਡਰਾ ਧਮਕਾ ਕੇ ਟਰਾਇਲਾਂ ਵੇਲੇ ਇਹ ਕਿਹਾ ਕਿ ਜਿਹੜਾ ਖਾਲਸਾ ਕਾਲਜ ਮਾਲਪੁਰ ਦਾਖਲ ਹੁੰਦਾ ਉਹਨੂੰ ਮੈਂ ਸਪੋਰਟਸ ਵਿੰਗ ਸੀਟ ਨਹੀਂ ਦੇਣੀ। ਵਾਲੀਬਾਲ ਦੀ ਗੱਲ ਹੈ, ਕਈਆਂ ਨਾਲ ਮੈਂ ਗੱਲ ਸਾਂਝੀ ਵੀ ਕੀਤੀ ਸੀ। ਤੇ ਮੈਂ ਇੱਕ ਥੋੜੀ ਜਿਹੀ ਤਾਕਤ ਜੁਟਾਈ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਉਸ ਕੋਚ ਸਾਹਿਬ ਬਾਰੇ ਜਦੋਂ ਮੀਡੀਆ 'ਚ ਉਸ ਗੱਲ ਨੂੰ ਲੈ ਕੇ ਗਏ ਤੇ ਆਪਣੇ ਤੌਰ ਤੇ ਅਸੀਂ ਜਿੱਥੇ ਅਪਰੋਚ ਕਰ ਸਕਦੇ ਕੀਤੀ। ਜਦੋਂ ਥੋੜਾ ਸੇਕ ਲੱਗਾ ਤੇ ਤੀਸਰੇ ਦਿਨ ਉਹ 7 ਸੀਟਾਂ ਜਿਹੜਾ ਬੱਚਿਆਂ ਨੂੰ ਧਮਕਾਇਆ ਗਿਆ ਸੀ ਕਿ ਜੇ ਫਲਾਣੇ ਕਾਲਜ ਦਾਖਲ ਹੋ, ਜਿੱਥੇ ਕੋਚ ਆਪ ਸੀ ਜਿਵੇਂ ਦੱਸਿਆ ਗਿਆ ਪਿੱਛੇ ਕਿ ਪੈਸੇ ਇਕੱਠੇ ਕਰਕੇ ਖਾਂਦਾ ਸੀ, ਆਪਣੇ ਨਾਮ ਦੇ ਆਪਣੇ ਰਿਸ਼ਤੇਦਾਰਾਂ ਨੂੰ ਟਰਾਇਲਾਂ ਵਿੱਚ ਸਿਲੈਕਟ ਕਰਕੇ ਆਉਂਦੇ ਨਹੀਂ ਸੀ ਤੇ ਪੈਸੇ ਵੀ ਜੇਬ ਜਾਂਦੇ ਸੀ। ਜਦੋਂ ਮੈਂ ਦਬਕਾ ਮਾਰਿਆ, ਤਾਕਤ ਜੁਟਾਈ ਤੇ ਉਹ 7 ਸੀਟਾਂ ਘਰ ਆ ਕੇ ਮੇਰੇ ਕੋਲ ਮਾਫੀ ਮੰਗ ਕੇ ਗਿਆ ਕੋਚ। ਫਿਰ ਉਹਦੀ ਇਨਕੁਆਇਰੀ ਵੀ ਹੋਈ, ਚਲੋ ਇਨਕੁਆਇਰੀ ਰੁਕਵਾਉਣੀ ਪਈ, ਸੱਜਣ ਮਿੱਤਰ ਇਕੱਠੇ ਹੋ ਜਾਂਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿੰਨੀ ਦੇਰ ਤੱਕ ਸਾਡੇ ਕੋਲ ਤਾਕਤ ਨਹੀਂ ਹੋਈ, ਕੋਈ ਪਲੇਟਫਾਰਮ ਨਹੀਂ ਹੋਏਗਾ, ਅਸੀਂ ਆਪਣੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ। ਛੋਟੀ ਜਿਹੀ ਮੈਂ ਐਗਜ਼ਾਮਪਲ ਇੱਕ ਹੋਰ ਦੇਣਾ, ਜਿਵੇਂ ਸ਼ਿਵ ਜੀ ਦੀ ਇਹਨਾਂ ਐਗਜ਼ਾਮਪਲ ਦਿੱਤੀ ਹੈ ਕਿ ਇੱਕ ਵਾਰੀ ਦੀ ਗੱਲ ਹੈ, ਕਿਸੇ ਚਿੱਤਰਕਾਰ ਨੂੰ ਇਨਾਮ ਦਿੱਤਾ ਜਾ ਰਿਹਾ ਸੀ ਉਹਦੀ ਵਧੀਆ ਚਿੱਤਰਕਾਰੀ ਕਰਕੇ, ਤੇ ਉਹਨੂੰ ਪੁੱਛਿਆ ਗਿਆ ਕਿ ਤੇਰੀ ਸਭ ਤੋਂ ਵਧੀਆ ਕਿਹੜੀ ਚਿੱਤਰਕਾਰੀ ਹੋਏਗੀ, ਤੇ ਉਹਨੇ ਕਿਹਾ ਸੀ ਅਗਲੀ। ਮਤਲਬ ਜਿਹੜੀ ਉਹਦੇ ਹੱਥ 'ਚ ਉਹ ਤੋਂ ਸੰਤੁਸ਼ਟ ਨਹੀਂ ਸੀ। ਜੇ ਆਪਾਂ ਸੰਤੁਸ਼ਟ ਹੋ ਕੇ ਜਾਂ ਨਿਰਾਸ਼ ਹੋ ਕੇ ਬੈਠ ਗਏ ਤਾਂ ਸਮਾਜ ਦੇ ਸਾਰੇ ਆਏ ਸਾਰੇ ਚਲੇ ਜਾਣਗੇ। ਆਓ ਕੁਛ ਇਸ ਤਰ੍ਹਾਂ ਦਾ ਕਰੀਏ ਕਿ ਜਾਂਦਿਆਂ ਆਪਾਂ ਹੱਸਦੇ ਹੱਸਦੇ ਜਾਈਏ ਤੇ ਤੁਹਾਨੂੰ ਵਿਦਾ ਕਰਨ ਵਾਲੇ ਇਹ ਗੱਲ ਕਰਕੇ ਅੱਖਾਂ 'ਚ ਅੰਸੂ ਲੈ ਕੇ ਆਉਣ ਕਿਸ ਬੰਦੇ ਨੇ ਵਧੀਆ ਕੰਮ ਕੀਤਾ ਸੀ। ਇਹਨਾਂ ਗੱਲਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਲੂਟ ਕਰਦਾ। ਇਸ ਮੰਚ ਤੇ ਇਕੱਠੇ ਹੋਣ ਲਈ, ਇਸ ਪਲੇਟਫਾਰਮ ਤੇ ਆਉਣ ਲਈ ਸਾਰਿਆਂ ਦਾ ਧੰਨਵਾਦ। ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਲਖਵਿੰਦਰ ਸਿੰਘ ਹੋਣਾ ਤੋਂ ਬਾਅਦ ਮੈਂ ਬੇਨਤੀ ਕਰਨੀ ਆ ਪ੍ਰੋਫੈਸਰ ਮੁਖਵਿੰਦਰ ਸਿੰਘ ਹੋਣਾ ਨੂੰ, ਉਹ ਆ ਕੇ ਇੱਕ ਅੱਧੇ ਮਿੰਟ ਲਈ ਹਾਜ਼ਰੀ ਲਵਾਉਣ। ਉਸ ਤੋਂ ਬਾਅਦ ਸ਼੍ਰੀ ਰੋਸ਼ਨ ਖੈੜਾ ਜੀ ਜਿਹੜੀ ਆਪਣੀ ਗੱਲ ਰੱਖਣਗੇ। ਉਸ ਤੋਂ ਬਾਅਦ ਜਿਹੜਾ ਆਪਾਂ ਚਾਹ ਪਾਣੀ ਪੀ ਕੇ ਦੁਬਾਰਾ ਫਿਰ ਇਕੱਤਰ ਹੋਵਾਂਗੇ ਆਪਣੀ ਡਿਟੇਲ ਜਿਹੜੀ ਗੱਲਬਾਤ ਕਰਨ। ਦੋਸਤੋ, ਬੜੇ ਤੁਸੀਂ ਸਾਰੇ ਵਧਾਈ ਦੇ ਪਾਤਰ ਜੋ ਕਿ ਅੱਜ ਅਸੀਂ ਇੱਕ ਨਵੀਂ ਸੋਚ ਲੈ ਕੇ ਇਸ ਇੱਕ ਪਲੇਟਫਾਰਮ ਤੇ ਇਕੱਤਰ ਹੋਏ ਹਾਂ। ਮੈਂ ਜਸਪਾਲ ਜੀ ਚਾਹੁੰਦਾ ਸੀ ਕਿ 1 ਮਿੰਟ ਤੇ ਨਾ ਗੱਲ ਕਰਦਾ, ਬਾਅਦ ਚ ਗੱਲ ਕਰਦਾ। ਚਲੋ ਤੁਸੀਂ ਬੁਲਾਇਆ, ਬਹੁਤ ਵਧੀਆ ਡਿਟੇਲ ਦੇ ਵਿੱਚ ਦਲਬੀਰ ਜੀ ਨੇ ਆਪਣਾ ਜੋ ਵੀ ਪ੍ਰੋਗਰਾਮ ਲਿਆਂਦਾ ਸੀ, ਇਹਦੇ ਏਮ ਕੀ ਨੇ ਉਹਦੇ ਬਾਰੇ ਗੱਲਬਾਤ ਕੀਤੀ ਹੈ। ਔਰ ਸੱਚ ਹੈ ਕਿ ਅਸੀਂ ਸਪੋਰਟਸ ਦੇ ਨਾਲ ਜੁੜੇ ਹਾਂ। ਸਪੋਰਟਸ ਦੇ ਨਾਲ ਜੁੜੇ ਹਾਂ ਤੇ ਕਿੰਨਾ ਚਿਰ ਜੁੜੇ ਹਾਂ? ਜ਼ਿਆਦਾਤਰ ਅਸੀਂ ਉਹਨਾਂ ਚਿਰ ਜੁੜੇ ਰਹਿੰਦੇ ਹਾਂ ਜਿੰਨਾ ਚਿਰ ਸਾਡਾ ਮਤਲਬ ਹੁੰਦਾ। ਮੈਂ ਗੇਮ ਕਰੀਅਰ ਦੀ ਗੱਲ ਕਰਦਾ ਤੇ ਗੇਮ ਦੇ ਨਾਲ ਜੁੜੇ ਹਾਂ, ਉਹਨਾਂ ਚਿਰ ਜੁੜੇ ਹਾਂ ਜਿੰਨਾ ਚਿਰ ਅਸੀਂ ਖੇਡਦੇ ਹਾਂ ਤੇ ਖੇਡੀਏ। ਜੇ ਅਸੀਂ ਨੌਕਰੀ ਦੇ ਫੀਲਡ ਦੇ ਵਿੱਚ ਗਏ ਹਾਂ ਸਪੋਰਟਸ ਦੇ ਥਰੂ, ਤੇ ਉਹਨਾਂ ਚਿਰ ਜੁੜੇ ਰਹਿੰਦੇ ਹਾਂ ਜਿੰਨਾ ਚਿਰ ਨੌਕਰੀ ਕਰਦੇ ਹਾਂ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਮੈਂ ਵੀ ਕਾਲਜ ਦੇ ਵਿੱਚ ਨੌਕਰੀ ਕਰ ਰਿਹਾ, ਲੇਕਿਨ ਅਸੀਂ ਆਪਣਾ ਉੱਥੇ ਕੰਮ ਕਰਦੇ ਕਰਦੇ ਅਸੀਂ ਉਹ ਖੁੱਲ੍ਹ ਕੇ ਕੰਮ ਨਹੀਂ ਕਰ ਸਕਦੇ, ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਕਿ ਸਾਡੇ ਤੇ ਕੁਝ ਇਸ ਤਰ੍ਹਾਂ ਦੀਆਂ ਬੰਦਸ਼ ਹੁੰਦੀਆਂ ਨੇ ਜਿੱਥੇ ਆਪਾਂ ਜਿਹੜੇ ਫੀਲਡ ਦੇ ਵਿੱਚ ਜਿਹੜੇ ਡਿਪਾਰਟਮੈਂਟ 'ਚ ਨੌਕਰੀ ਕਰ ਰਹੇ ਨੇ। ਅੱਜ ਕੈਮਰਾ ਮੇਰੇ ਸਾਹਮਣੇ, ਮੈਂ ਨੌਕਰੀ ਕਰ